गुड मॉर्निंग स्टूडेंट्स, प्यारे बच्चों। ਅੱਜ ਅਸੀਂ ਜਿਹੜਾ ਟੌਪਿਕ ਫਰਦਰ ਡਿਸਕਸ ਕਰਨ ਜਾ ਰਹੇ ਹਾਂ ਉਹ ਹੈ ਵੈਲਵਟ ਫੈਬਰਿਕ। ਇਹ ਵਾਲਾ ਟੌਪਿਕ ਅਸੀਂ ਆਪਣੇ ਲਾਸਟ ਲੈਕਚਰ ਦੇ ਵਿੱਚ ਵੀ ਡਿਸਕਸ ਕਰ ਰਹੇ ਸੀ। ਉਸ ਲੈਕਚਰ ਦੇ ਵਿੱਚ ਅਸੀਂ ਮੇਨਲੀ ਵੈਲਵਟ ਫੈਬਰਿਕ ਬਾਰੇ ਪੜ੍ਹਿਆ ਸੀ ਕਿ ਵੈਲਵਟ ਫੈਬਰਿਕ ਕੀ ਹੁੰਦਾ ਹੈ, ਉਹਦੀ ਇੰਪੋਰਟੈਂਟ ਕਰੈਕਟਰਿਸਟਿਕਸ ਕੀ ਹਨ, ਕਿਸ ਤਰ੍ਹਾਂ ਇਸ ਫੈਬਰਿਕ ਨੂੰ ਲੂਮ ਤੇ ਕੰਸਟਰਕਟ ਕੀਤਾ ਜਾਂਦਾ ਹੈ, ਫਰਦਰ ਉਸ ਦੀ ਕਲਾਸੀਫਿਕੇਸ਼ਨਸ ਕੀ ਸੀ। ਜਿਸ ਤਰ੍ਹਾਂ ਤੁਹਾਨੂੰ ਲਾਸਟ ਲੈਕਚਰ ਦੇ ਵਿੱਚ ਵੀ ਮੈਂ ਦੱਸਿਆ ਸੀ ਕਿ ਵੈਲਵਟ ਫੈਬਰਿਕ ਨੂੰ ਕੰਸਟਰਕਟ ਕਰਨ ਲਈ ਅਸੀਂ ਵਾਰਪ ਦੋ ਤਰ੍ਹਾਂ ਦਾ ਯੂਜ਼ ਕਰਦੇ ਹਾਂ, ਇੱਕ ਗਰਾਊਂਡ ਦਾ ਧਾਗਾ ਤੇ ਇੱਕ ਪਾਇਲ ਦਾ ਧਾਗਾ। ਤੇ ਵੈਫਟ ਦੇ ਵਿੱਚ ਅਸੀਂ ਗਰਾਊਂਡ ਪਿਕ ਯੂਜ਼ ਕਰਦੇ ਹਾਂ ਤੇ ਇੱਕ ਵਾਇਰ। ਸੋ ਜਿਹੜਾ ਵੈਲਵਟ ਫੈਬਰਿਕ ਸੀ ਤੁਹਾਨੂੰ ਦੱਸਿਆ ਗਿਆ ਸੀ ਕਿ ਇਹ ਜਿਹੜਾ ਫੈਬਰਿਕ ਲੂਮ ਤੇ ਕੰਸਟਰਕਟ ਕੀਤਾ ਜਾਂਦਾ ਹੈ ਵਿਦ ਦੀ ਹੈਲਪ ਆਫ ਵਾਇਰ ਇਨਸਰਸ਼ਨ। ਜਦੋਂ ਵੀਵਿੰਗ ਹੁੰਦੀ ਸੀ ਤਾਂ ਅਸੀਂ ਪਾਇਲ ਦੇ ਧਾਗੇ ਨੂੰ ਵਾਇਰ ਦੇ ਉੱਤੇ ਲਿਫਟ ਕਰ ਦਿੰਦੇ ਸੀ, ਰੇਜ਼ ਕਰ ਦਿੰਦੇ ਸੀ, ਤੇ ਜਦੋਂ ਉਹ ਵਾਇਰ ਵਿਡਰਾ ਹੁੰਦੀ ਸੀ ਸ਼ੈਡ ਦੇ ਵਿੱਚੋਂ ਤਾਂ ਉਹ ਉਸ ਪਾਇਲ ਦੇ ਧਾਗੇ ਨੂੰ ਕੱਟ ਦਿੰਦੀ ਸੀ ਤੇ ਜੋ ਕਿ ਐਜ਼ ਅ ਬ੍ਰਸ਼ ਲਾਈਕ ਉਹਦੇ ਫੈਬਰਿਕ ਦੇ ਸਰਫੇਸ ਉੱਤੇ ਖੜੇ ਹੋ ਜਾਂਦੇ ਸੀ। ਸੋ ਇਸ ਤਰ੍ਹਾਂ ਸਾਡਾ ਇਹ ਵਾਲਾ ਵੈਲਵਟ ਫੈਬਰਿਕ ਬਣਦਾ ਸੀ। ਹੁਣ ਅੱਜ ਦੇ ਇਸ ਵੀਡੀਓ ਦੇ ਵਿੱਚ, ਇਸ ਲੈਕਚਰ ਦੇ ਵਿੱਚ ਅਸੀਂ ਵੈਲਵਟ ਫੈਬਰਿਕ ਦੀ ਫਰਦਰ ਕਲਾਸੀਫਿਕੇਸ਼ਨਸ ਕੀ ਹੈ, ਉਹਨਾਂ ਨੂੰ ਗ੍ਰਾਫ ਤੇ ਕੰਸਟਰਕਟ ਕਰਨ ਦਾ ਤਰੀਕਾ ਕੀ ਹੈ, ਕਿਸ ਤਰ੍ਹਾਂ ਅਸੀਂ ਇਸ ਪਾਰਟਿਕੂਲਰ ਵੈਲਵਟ ਫੈਬਰਿਕ ਨੂੰ ਗ੍ਰਾਫ ਤੇ ਕੰਸਟਰਕਟ ਕਰ ਸਕਦੇ ਹਾਂ, ਉਹਦੀਆਂ ਕਿਹੜੀ ਟਾਈਪਸ ਹਨ, ਅੱਜ ਦੇ ਲੈਕਚਰ ਦੇ ਵਿੱਚ ਅਸੀਂ ਇਹ ਸਾਰਾ ਡਿਸਕਸ ਕਰਾਂਗੇ। ਫਸਟ ਆਫ ਆਲ ਤੁਹਾਨੂੰ ਜਿਸ ਤਰ੍ਹਾਂ ਲਾਸਟ ਲੈਕਚਰ ਦੇ ਵਿੱਚ ਵੀ ਦੱਸਿਆ ਗਿਆ ਸੀ ਕਿ ਇਹਦੀ ਟਾਈਪਸ ਕਿਹੜੀਆਂ ਹਨ। ਜਿਹੜਾ ਵੈਲਵਟ ਫੈਬਰਿਕ ਹੈ ਉਹ ਚਾਰ ਤਰ੍ਹਾਂ ਦਾ ਦੱਸਿਆ ਗਿਆ ਸੀ। ਆਲ ਓਵਰ ਔਰ ਕੰਟੀਨਿਊਸ ਪਾਇਲ ਸਟਰਕਚਰ, ਜਿਸ ਨੂੰ ਅਸੀਂ ਵੈਲਵਟ ਸਟਰਕਚਰ ਵੀ ਕਹਿੰਦੇ ਹਾਂ। ਫਾਸਟ ਪਾਇਲ ਸਟਰਕਚਰ। थर्ड है अल्टरनेट पाइल ओवर अल्टरनेट वायर, जिसनों ਅਸੀਂ प्लश स्ट्रक्चर भी करने हैं। फोर्थ है रिवर्सिबल वेलवेट और रिवर्सिबल वार पाइल स्ट्रक्चर। सो वेलवेट फैब्रिक की ਇਹ ਚਾਰ टाइप्स ਹਨ। ਹੁਣ ਅਸੀਂ ਇੱਕ ਇੱਕ ਕਰਕੇ ਦੇਖਾਂਗੇ ਕਿ ਇਸ ਹਰ ਇੱਕ ਟਾਈਪ ਨੂੰ ਅਸੀਂ ਗ੍ਰਾਫ ਤੇ ਕਿਸ ਤਰ੍ਹਾਂ ਕੰਸਟਰਕਟ ਕਰਨਾ ਹੈ। ਪਹਿਲੀ ਸਾਡੀ ਟਾਈਪ ਹੈ ਆਲ ਓਵਰ ਔਰ ਕੰਟੀਨਿਊਸ ਪਾइल स्ट्रक्चर। ਆਲ ਓਵਰ ਔਰ ਕੰਟੀਨਿਊਸ ਪਾइल स्ट्रक्चर ਦੇ ਵਿੱਚ ਤੁਸੀਂ ਇਹ ਗ੍ਰਾਫ ਦੇਖੋ, ਇਹ ਵਾਲਾ ਇਹ ਗ੍ਰਾਫ ਦੇ ਵਿੱਚੋਂ ਕੀ ਕਰ ਰਹੇ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਗਿਆ ਸੀ ਕਿ ਵਾਰਪ ਦੋ ਤਰ੍ਹਾਂ ਦਾ ਹੈ, ਇੱਕ ਗਰਾਊਂਡ ਦਾ ਧਾਗਾ, ਇੱਕ ਪਾਇਲ ਦਾ ਧਾਗਾ। one ground end, one pile end, one ground, two ground, one pile, then ground. So you can say कि रेशो ਸਾਡੇ ਵਾਰਪ ਦੇ ਵਿੱਚ ਇਹਦੀ ਰੇਸ਼ੋ ਸੈੱਟ ਕੀਤੀ ਗਈ ਹੈ 2 ground 1 pile ਦੀ। ਦੇਖੋ 2 ground 1 pile, ਇੱਕ ground ਇੱਧਰ ਰਿਪੀਟ ਆ ਕੇ ਮਿਲ ਗਈ, then 2 ground 1 pile ਦੀ ਰੇਸ਼ੋ ਹੈ। ਵੈਫਟ ਦੇ ਵਿੱਚ ਅਸੀਂ ਕੀ ਲਿਆ 2 ground 1 wire, W means ਵਾਇਰ ਇਨਸਰਟ ਹੋਣੀ ਹੈ। ਇਹ ਗਰਾਊਂਡ ਦੀ ਪਿਕਸ ਦੋ ਇਨਸਰਟ ਹੋਣਗੀਆਂ, ਦੋ ਪਿਕਸ ਤੋਂ ਬਾਅਦ ਇੱਕ ਵਾਇਰ ਇਨਸਰਟ ਹੋਏਗੀ, ਫਿਰ ਉੱਤੇ ਦੋ ਗਰਾਊਂਡ ਦੀ ਪਿਕਸ ਤੋਂ ਬਾਅਦ ਇੱਕ ਵਾਇਰ ਇਨਸਰਟ ਹੋਏਗੀ। ਜਦੋਂ ਤੁਸੀਂ ਵਾਰਪ ਤੇ ਵੈਫਟ ਦੀ ਡੈਜ਼ਿਗਨੇਸ਼ਨ ਕਰ ਲਈ, ਠੀਕ ਹੈ, ਜਿਸ ਚ ਅਸੀਂ ਵਾਰਪ 2 ground 1 pile ਦਾ ਲੈ ਲਿਆ ਤੇ ਵੈਫਟ ਦੇ ਵਿੱਚ 2 ground ਤੋਂ ਬਾਅਦ 1 ਵਾਇਰ ਕਰਤੀ। ਹੁਣ ਜਿੱਥੇ ਜਿੱਥੇ ਗਰਾਊਂਡ ਹੈ ਉੱਥੇ ਅਸੀਂ ਲਾਲ ਰੰਗ ਦੇ ਨਾਲ ਪਲੇਨ ਵੀ ਭਰਤੀ, ਜਿਸ ਤਰ੍ਹਾਂ 1 ਅਪ 1 ਡਾਊਨ, ਵਾਇਰ ਨੂੰ ਛੱਡ ਕੇ। ਵਾਇਰ ਤੁਹਾਨੂੰ ਮੈਂ ਜਿਸ ਤਰ੍ਹਾਂ ਲਾਸਟ ਲੈਕਚਰ ਦੇ ਵਿੱਚ ਵੀ ਸਾਰੀ ਡਿਸਕਸ਼ਨਸ ਹੋਈ ਸੀ ਕਿ ਉਹਦੇ ਵਿੱਚ ਤੁਹਾਨੂੰ ਦੱਸਿਆ ਗਿਆ ਹੈ ਕਿ ਵਾਇਰ ਨੂੰ ਅਸੀਂ ਐਜ਼ ਅ ਪਿਕ ਕੰਸੀਡਰ ਕਰਦੇ ਨਹੀਂ, ਕਿਉਂਕਿ ਵਾਇਰ ਸ਼ੈਡ ਦੇ ਵਿੱਚ, ਪਾਇਲ ਦੇ ਸ਼ੈਡ ਦੇ ਵਿੱਚ ਇਨਸਰਟ ਹੋਣੀ ਹੈ ਤਾਂ ਉਸਨੇ ਬਾਹਰ ਆ ਜਾਣਾ ਹੈ। ਉਸਦਾ ਬਸ ਇੰਨਾ ਹੀ ਰੋਲ ਹੈ ਕਿ ਉਸਨੇ ਅਸਿਸਟ ਕਰਨਾ ਹੈ ਫॉर ਦੀ ਫਾਰਮੇਸ਼ਨ ਆਫ ਦਾ ਬ੍ਰਸ਼ ਔਨ ਦਾ ਸਰਫੇਸ ਆਫ ਦਾ ਫੈਬਰਿਕ, ਉਹਨੇ ਫੈਬਰਿਕ ਚੋਂ ਵਿਡਰਾ ਹੋ ਜਾਣਾ ਹੈ। ਤੇ ਐਸ ਕਰਕੇ ਅਸੀਂ ਮੇਨਲੀ ਜਿਹੜੀ ਗਰਾਊਂਡ ਪਿਕਸ ਹੈ ਉਹਨਾਂ ਤੇ ਹੀ ਪਲੇਨ ਵੀ ਭਰਾਂਗੇ। ਵਾਇਰ ਦਾ ਕੋਈ ਰੋਲ ਨਹੀਂਗਾ, ਵਾਇਰ ਦਾ ਸਿਰਫ ਤੁਹਾਨੂੰ ਜਿਸ ਤਰ੍ਹਾਂ ਰੋਲ ਦੱਸਿਆ ਕਿ ਉਹਦਾ ਅਸਿਸਟ ਕਰਨਾ ਕਿ ਉਹਨੇ ਫੈਬਰਿਕ ਦੇ ਸਰਫੇਸ ਦੇ ਉੱਤੇ ਬ੍ਰਸ਼ ਫਾਰਮੇਸ਼ਨ ਕਰਨੀ ਹੈ ਵਿਦ ਦੀ ਹੈਲਪ ਆਫ ਪਾਇਲ ਐਂਡ। ਸੋ ਜਿੰਨੇ ਵੀ ਗਰਾਊਂਡ ਦੇ ਧਾਗੇ ਨੇ ਉੱਥੇ ਤੁਸੀਂ ਪਲੇਨ ਵੀ ਭਰ ਦੇਣੀ ਹੈ। 1 ਅਪ 1 ਡਾਊਨ 1 ਅਪ 1 ਡਾਊਨ। ਅਗਲਾ ਗਰਾਊਂਡ ਦਾ ਧਾਗਾ 1 ਡਾਊਨ 1 ਅਪ 1 ਡਾਊਨ 1 ਅਪ। ਤੀਸਰਾ ਗਰਾਊਂਡ ਦਾ ਧਾਗਾ 1 ਅਪ 1 ਡਾਊਨ 1 ਅਪ 1 ਡਾਊਨ। ਚੌਥਾ ਗਰਾਊਂਡ ਦਾ ਧਾਗਾ 1 ਡਾਊਨ 1 ਅਪ 1 ਡਾਊਨ 1 ਅਪ। ਗਰਾਊਂਡ ਦੇ ਧਾਗੇ ਤੇ ਪਲੇਨ ਵੀ ਭਰਨ ਤੋਂ ਬਾਅਦ ਉਸ ਤੋਂ ਬਾਅਦ ਜਿੰਨੇ ਵੀ ਪਾਇਲ ਦੇ ਧਾਗੇ ਨੇ ਉਹਨਾਂ ਨੂੰ ਵਾਇਰ ਤੇ ਰੇਜ਼ ਕਰ ਦੇਣਾ, ਵਾਇਰ ਦੇ ਉੱਤੇ ਲਿਫਟ ਕਰ ਦੇਣਾ। ਇਹ ਦੇਖੋ ਇਹ ਪਾਇਲ ਦਾ ਧਾਗਾ ਆ, ਇਹ ਵਾਇਰ ਤੇ ਰੇਜ਼ ਕਰਤਾ, ਉੱਤੇ ਵੀ ਵਾਇਰ ਤੇ ਰੇਜ਼ ਕਰਤਾ। ਫਿਰ ਇਹ ਵਾਲਾ ਪਾਇਲ ਦਾ ਧਾਗਾ ਆ, ਫਿਰ 1 ਨੰਬਰ ਵਾਇਰ ਤੇ ਰੇਜ਼ ਕਰਤਾ, ਫਿਰ ਉਸ ਤੋਂ ਬਾਅਦ 2 ਨੰਬਰ ਵਾਇਰ ਤੇ ਵੀ ਰੇਜ਼ ਕਰਤਾ। ਕਿਉਂਕਿ
ਜਿਹੜੀ ਕੱਪੜੇ ਦੇ ਸਰਫੇਸ ਉੱਤੇ ਜਿਹੜੀ ਬ੍ਰਸ਼ ਫਾਰਮੇਸ਼ਨ ਹੋਣੀ ਹੈ ਉਹ ਪਾइल एंड ਦੇ ਦੁਆਰਾ ਹੀ ਹੋਣੀ ਹੈ। ਤੇ ਪਾइल एंड ਕਿਸ ਤਰ੍ਹਾਂ ਬ੍ਰਸ਼ ਫਾਰਮੇਸ਼ਨ ਕਰੇਗਾ? ਅਗਰ ਪਾइल ਦਾ ਧਾਗਾ ਵਾਇਰ ਦੇ ਉੱਤੋਂ ਪਾਸ ਹੋਏਗਾ, ਜੋ ਹੀ ਵਾਇਰ ਦੇ ਉੱਤੋਂ ਪਾਸ ਹੋਏਗਾ, ਜਦੋਂ ਵਾਇਰ ਕੱਪੜੇ ਚ ਪਾइल ਦੇ ਸ਼ੈਡ ਦੇ ਵਿੱਚ ਇਨਸਰਟ ਹੁੰਦੀ ਹੈ, ਪਾइल ਦਾ ਧਾਗਾ ਉਸ ਵਾਇਰ ਦੇ ਉੱਤੋਂ ਲੰਘੇਗਾ ਤੇ ਜਦੋਂ ਉਹ ਵਾਇਰ ਵਿਡਰਾ ਹੋਏਗੀ ਤਾਂ ਉਹ ਜਿਹੜੇ ਧਾਗੇ ਪਾइल ਦੇ ਉਸ ਦੇ ਉੱਤੋਂ ਲੰਘੇ ਹਨ ਉਹ ਉਹਨਾਂ ਨੂੰ ਕੱਟ ਦੇਗੀ ਤੇ ਉਹ ਜਿਹੜੇ ਕੱਟੇ ਹੋਏ ਜਿਹੜੇ ਧਾਗੇ ਨੇ ਉਹ ਐਜ਼ ਏ ਬ੍ਰਸ਼ ਫਾਰਮੇਸ਼ਨ ਕੱਪੜੇ ਦੇ ਸਰਫੇਸ ਉੱਤੇ ਕਰਨਗੇ। ਸੋ ਹਰ ਇੱਕ ਪਾइल ਦੇ ਧਾਗੇ ਨੂੰ ਤੁਸੀਂ ਵਾਇਰ ਦੇ ਉੱਤੇ ਰੇਜ਼ ਕਰ ਦੇਣਾ, ਜਿਸ ਤਰ੍ਹਾਂ ਤੁਸੀਂ ਇਹ ਗ੍ਰੀਨ ਕਲਰ ਦੇ ਨਾਲ ਦੇਖ ਪਾ ਰਹੇ ਹੋ। ਹੁਣ ਨੀਚੇ ਇਹਦਾ ਕ੍ਰਾਸ ਸੈਕਸ਼ਨ ਦੇਖੋ ਕਿ ਇਹ ਕ੍ਰਾਸ ਸੈਕਸ਼ਨ ਕਿਸ ਤਰ੍ਹਾਂ ਬਣਾਇਆ ਗਿਆ। ਸਾਡੇ ਕੋਲ 6 ਐਂਡ ਨੇ, ਠੀਕ ਹੈ। ਗਰਾਊਂਡ ਦੇ ਵਿੱਚ ਅਸੀਂ ਪਲੇਨ ਵੀਵ ਲਈ ਹੈ, ਇਹ ਅਸੀਂ ਪਲੇਨ ਵੀਵ ਰੈੱਡ ਕਲਰ ਦੇ ਨਾਲ ਕਰਤੀ ਹੈ। ਇਹ ਦੇਖੋ ਗਰਾਊਂਡ ਦੇ ਵਿੱਚ ਸਿੰਪਲ ਪਲੇਨ ਵੀਵ ਭਰਤੀ ਹੈ। ਉਸ ਤੋਂ ਬਾਅਦ ਹੁਣ ਤੁਸੀਂ ਪਾइल ਦੇ ਧਾਗੇ ਦੀ ਵਰਕਿੰਗ ਲਗਾਣੀ ਹੈ। ਪਾइल ਦੇ ਧਾਗੇ ਦੀ ਵਰਕਿੰਗ ਲਗਾਣੀ ਹੈ। ਪਾइल ਦੇ ਧਾਗੇ ਦੀ ਵਰਕਿੰਗ ਕੀ ਹੈ? ਇਹ ਕੀ ਹੈ? 2 ਡਾਊਨ। ਇਹ पाइल ਦਾ ਧਾਗਾ ਆ ਗ੍ਰੀਨ ਕਲਰ ਦਾ, ਇਹ 2 ਡਾਊਨ। ਫਿਰ ਇਹ ਕੀ ਹੈ? ਪਹਿਲਾ ਦੂਸਰਾ, ਪਹਿਲੀ ਪਿਕ ਦੂਸਰੀ ਪਿਕ, ਦੂਸਰੀ ਤੇ ਤੀਸਰੀ ਪਿਕ ਦੇ ਵਿੱਚ ਸਾਡਾ ਇਹ ਵਾਲੀ ਇੱਥੇ ਸਾਡਾ पाइल ਦਾ ਧਾਗਾ ਵਾਇਰ ਦੇ ਉੱਤੇ ਅਪ ਜਾ ਰਿਹਾ। 1 ਨੰਬਰ ਪਿਕ ਗਰਾਊਂਡ ਦੀ, 2 ਨੰਬਰ ਪਿਕ ਗਰਾਊਂਡ ਦੀ, 3 ਨੰਬਰ ਪਿਕ ਗਰਾਊਂਡ ਦੀ ਤੇ 4 ਨੰਬਰ ਪਿਕ ਗਰਾਊਂਡ ਦੀ। ਗਰਾਊਂਡ ਦੀਆਂ 4 ਪਿਕਾਂ ਪੈ ਰਹੀਆਂ। ਹੁਣ ਕੀ ਹੈ? ਜਿਹੜਾ पाइल ਦਾ ਧਾਗਾ ਉਹ ਪਹਿਲੀਆਂ 2 ਗਰਾਊਂਡ ਦੇ ਨੀਚੋਂ ਜਾ ਰਿਹਾ। ਇਹ पाइल ਦਾ ਧਾਗਾ 2 ਗਰਾਊਂਡ ਦੇ ਨੀਚੋਂ ਜਾ ਰਿਹਾ, ਬਟ 2 ਨੰਬਰ ਤੇ 3 ਨੰਬਰ ਵੈਫਟ ਦੇ ਵਿੱਚ ਇਹ पाइल ਫਾਰਮੇਸ਼ਨ ਕਰਦਾ ਪਿਆ। ਤਾਂ ਇਹ ਜਿਹੜੀ पाइल ਫਾਰਮੇਸ਼ਨ ਹੈ ਅਸੀਂ ਇਸ ਨੂੰ ਇਸ ਤਰ੍ਹਾਂ ਰਿਪਰੈਜ਼ੈਂਟ ਕਰਾਂਗੇ, 2 ਨੰਬਰ ਤੇ 3 ਨੰਬਰ ਵੈਫਟ ਦੇ ਵਿੱਚ। ਉਸ ਤੋਂ ਬਾਅਦ पाइल ਦਾ ਧਾਗਾ ਫਿਰ 2 ਗਰਾਊਂਡ ਦੇ ਵੈਫਟ ਦੇ ਨੀਚੋਂ ਜਾ ਰਿਹਾ। पाइल ਦਾ ਧਾਗਾ ਫਿਰ 2 ਗਰਾਊਂਡ ਦੇ ਵੈਫਟ ਦੇ ਨੀਚੋਂ ਜਾ ਰਿਹਾ। फिर अगे वो इस तरह ही रिपीट करता रहेगा, इस तरह ये पाइल फॉर्मेशन करेगा, इस तरह ये वाला डिजाइन बन जाएगा। हुण एक चीज नोट करो कि इत्थे जिहड़ी साडी जिहड़ी असी यान क्रॉस सेक्शन जिहड़ी इंटरलेसमेंट है, साडी यू शेप बाइंडिंग आ रही है। देखो अगर ਇਹਦਾ क्रॉस सेक्शन देखिए तो ये साडी यू शेप आ रहा है। दिस इज योर यू शेप बाइंडिंग, इसनूं कहंदे ने यू शेप बाइंडिंग। ਹੁਣ ਸੈਕਿੰਡ ਡਿਜ਼ਾਈਨ ਦੇਖੋ, ਉਹ ਵੀ ਸਾਡਾ ਆਲ ਓਵਰ ਔਰ ਕੰਟੀਨਿਊਸ ਪਾइल ਸਟਰਕਚਰ, ਬਟ ਇਹਦੇ ਸਟਰਕਚਰ ਦੇ ਵਿੱਚ ਥੋੜਾ ਡਿਫਰੈਂਸ ਕੀ ਹੈ? ਸੇਮ ਉਸੇ ਤਰ੍ਹਾਂ ਹੀ ਗਰਾਊਂਡ पाइल 2 ਗਰਾਊਂਡ 1 पाइल ਗਰਾਊਂਡ, ਸੇਮ ਉਸੇ ਤਰ੍ਹਾਂ ਹੀ 2 ਗਰਾਊਂਡ 1 ਵਾਇਰ 2 ਗਰਾਊਂਡ 1 ਵਾਇਰ ਐਜ਼ ਅ ਵੈਫਟ ਅਸੀਂ ਲਿਆ। ਗਰਾਊਂਡ ਦੇ ਵਿੱਚ ਉਸੇ ਤਰ੍ਹਾਂ ਹੀ ਰੈੱਡ ਕਲਰ ਦੇ ਨਾਲ ਤੁਸੀਂ ਪਲੇਨ ਵੀ ਭਰ ਦੇਣੀ ਹੈ, ਜਿਸ ਤਰ੍ਹਾਂ ਪਿੱਛੇ ਡਿਜ਼ਾਈਨ ਦੇ ਵਿੱਚ ਭਰੀ ਸੀ। ਉਸ ਤੋਂ ਬਾਅਦ पाइल ਦੇ ਧਾਗੇ ਨੂੰ ਸੇਮ ਪਿਛਲੇ ਡਿਜ਼ਾਈਨ ਵਾਂਗ ਹਰ ਇੱਕ ਵਾਇਰ ਦੇ ਉੱਤੇ ਲੇ ਰੇਜ਼ ਕਰ ਦੇਣਾ, ਜਿਸ ਤਰ੍ਹਾਂ ਗ੍ਰੀਨ ਕਲਰ ਨਾਲ ਇੱਥੇ ਸ਼ੋ ਕੀਤੇ ਦਾ। बट इच डिफर की किया गया कि पाइल के धागे नूं ग्राउंड के वैफ्ट के नाल भी एक इंटरलेसमेंट दे दी गई है, एडिशनल इंटरलेसमेंट दे दी गई। जिस तरह तुसीं इत्थे देखोगे ये ब्लू कलर के नाल पाइल का धागा इस दे उत्ते ते रेज किया, बट नाल ग्राउंड के नाल भी रेज करता। मीनस पाइल का धागा 1 नंबर वैफ्ट ते ये जिहड़ा वैफ्ट आ रहा ग्राउंड का 1 नंबर वैफ्ट के नीचों जाएगा, बट 2 नंबर वैफ्ट के उत्तों रेज करके फिर वायर के उत्तों भी लंघेगा। फिर 3 नंबर ग्राउंड के नीचों जाएगा, 4 नंबर ग्राउंड के उत्तों रेज करके नाल ही वायर के उत्तों भी जाएगा। यह की कीता कि असी पाइल के धागे की की है ग्राउंड के वैफ्ट के नाल 2 नंबर वैफ्ट के नाल ते 4 नंबर वैफ्ट के नाल एडिशनल इंटरलेसमेंट देती है। एडिशनल इंटरलेसमेंट पहले डिजाइन के विच की ही पाइल का धागा कपड़े की बैक साइड तो 2 पिक्स का फ्लोट लै रहा सी, बट ये की है असी वो फ्लोट लेंथ रिड्यूस करती है। असी पाइल के धागे की जिहड़ी फ्लोट लेंथ है वो एक ही पिक की रखी है ते 2 नंबर पिक ते ग्राउंड की 2 नंबर पिक के नाल उसकी इंटरलेसमेंट कराती है। हुण इसका बेनीफिट की है कि असी कई बार यह फैब्रिक किते फर्दर यूज करते हैं तो एडा जिहड़ा यह 2 पिक का फ्लोट है, जिहड़ा पाइल का धागा यह 2 ग्राउंड की पिक्स के बैक साइड तो जा रहा है, यह लंबा फ्लोट अगर कपड़े की बैक साइड तो होगा तो ड्यूरिंग द यूजेस ऑफ द फैब्रिक यह जिहड़ा फ्लोट है वो डिसलॉजमेंट हो सकती है, मीनस खराब हो सकता है। कपड़े की बैक साइड तो यह वाला फ्लोट खराब हो सकता है। उस चीज को अवॉइड करने लई इन्होंने इस डिजाइन के विच की कीता कि पाइल के धागे की भी बाइंडिंग कर दी, एडिशनल इंटरलेसमेंट कर दी। जिथे यह प्रीवियस डिजाइन के विच यह पाइल का धागा 2 पिक की बैक साइड तो जा रहा ही लंबा फ्लोट सी, उसनूं उसदी कोहेजन बनाने लई उसका कंपैक्टनेस बनाने लई इत्थे इस डिजाइन के विच कीता गया
कि पाइल के धागे नूं एक ग्राउंड की पिक के नाल 2 नंबर पिक के नाल ते 4 नंबर पिक के नाल इंटरलेसमेंट करती सेम इधर सेम धागा इसी तरह ही काम करता है। हुण इसका जरा डिजाइन क्रॉस सेक्शन देखो ग्राउंड च उस तरह ही प्लेन भी है रेड कलर के नाल प्लेन भी असीं इंटरलेसमेंट करते हुण यह पाइल का धागा आया ग्रीन कलर का यह की है 1 डाउन पाइल का धागा ग्राउंड के थल्ले जाता पाया ये 1 डाउन ग्राउंड के धागे तो हुण रेज करता पाया ग्राउंड का धागा ते ब्रश ये इकट्ठा ही आएगा इस चीज से मीनस ये देखो ना ये पाइल का धागा आ रहा है ग्राउंड के उत्तों भी जा रहा है तो वायर के उत्तों भी जा रहा है हुण जदों वायर इत्थों निकलेगी तो नाल ही इसनूं कट देगी ते इस दे नाल की है साडा जिहड़ा ग्राउंड का धागा ही क्रॉस सैक्शन च उसनूं 2 नंबर पिक ते इत्थों शो करांगे ये देखो कट का निशान लगे है मीनस इत्थों पाइल कट्टी जानी है साडा जिहड़ी ब्रश है वो भी थोड़ा लंबा हो जाएगा उत्ते फेस साइड ते फिर अगले ते सेम 3 नंबर पिक दे थल्लेों जा रही है ते 4 नंबर पिक दे उत्तों है नाल ही ब्रश ਉਹਦੇ कपड़े के सरफेस से इत्थे ही बनेगा ते इत्थे कट लगेगा इत्थों कट्टिया जाएगा पाइल का धागा 1 नंबर पिक के थल्लेों जाके 2 नंबर पिक के उत्तों जा रहा है जो ही 2 नंबर इकट्ठा ही फ्लोट है क्योंकि दो जिहड़ा पाइल का धागा इकट्ठे 2 दे उत्तों जा रहा है पर इत्थों ते वायर 2 नंबर जिहड़ी 2 नंबर पिक तो बाद वायर ते बाहर हो जानी है ते इट मीनस जो पाइल का जिहड़ा कपड़े के सरफेस जो ब्रश बनेगा वो एडा लंबा बनेगा तो इत्थे नाल ही कट वज जाएगा क्योंकि यह वायर करके वायर ने उन्होंने कट भी देना फिर उस तो बाद 3 नंबर पिक की वारी आ गई 3 नंबर के थल्लेों जाके 4 नंबर के उत्तों यह कट वजेगा इत्थे वायर बाहर भी हो गई है वायर का कोई रोल नहीं तुहानूं दस्सिया जिस तरह मैं पहले भी डिस्कशन के तुहानूं यह चीज़ क्लीयर कर दी गई है कि वायर का कोई रोल नहीं है उसका मेन काम है कि उसने ब्रश फॉर्मेशन दे विच हेल्प करनी है फॉर द पाइल एंड ठीक है सो यही थ्योरी दे विच मेन कह रहा है द टर्म वेलवेट इज अप्लाइड टू स्ट्रक्चर इन विच ऑल द पाइल एंड आर रेज्ड ओवर एवरी वायर वेलवेट असी उस स्ट्रक्चर नूं करने हैं जिस दे विच सारे पाइल के धागे असी हर एक वायर के उत्ते रेज करते हैं जिस तरह यह देखो यह पाइल का धागा हर एक वायर के उत्ते असी रेज किया है यह पाइल का धागा हर एक वायर के उत्ते रेज किया है इत्थे भी यह पाइल का धागा हर एक वायर के उत्ते रेज किया है यह पाइल का धागा 1 नंबर वायर ते भी रेज किया 2 नंबर वायर ते भी रेज किया इस तरह के स्ट्रक्चर नूं असी वेलवेट स्ट्रक्चर करने हैं एज अपोज टू टर्म प्लश which refers to such pile effect in which alternate pile end are raised over alternate wire but प्लस स्ट्रक्चर असी उसनूं करने हैं जिस दे विच असी की हर एक पाइल का धागा हर एक वायर के उत्ते रेज नहीं करते मान लो ए वाला 1 नंबर पाइल का धागा है अही इत्थे रेज करता बट इत्थे रेज नहीं करते इस जगह ते रेज नहीं करते अगला पाइल का धागा आया 2 नंबर पाइल का धागा असी 1 नंबर वायर ते रेज नहीं किया उसनूं 2 नंबर वायर ते रेज करता पहला पाइल का धागा आया वो 1 नंबर वायर ते रेज करता बट 2 नंबर वायर ते उसनूं रेज नहीं किया उसनूं खाली छड्डता 2 नंबर पाइल का धागा आया उसनूं 1 नंबर वायर ते असी रेज नहीं किया उसनूं 2 नंबर वायर ते रेज करता सो अल्टरनेट मैनर दे विच असी अगर पाइल के धागे नूं वायर दे उत्ते रेज करते हैं तो इस तरह के स्ट्रक्चर नूं असी प्लस स्ट्रक्चर करने हैं ये वाला जी प्लस स्ट्रक्चर की टाइप है 3 नंबर टाइप है जो असी फर्दर डिजाइन दे विच इस डिस्कशन दे विच असी डिस्कस करांगे अगे वो कह रहा है कि इन बोथ ए एंड बी डिजाइन द रेशियो ऑफ पिक टू वायर एंड ग्राउंड टू पाइल एंड आर सेम बट स्ट्रक्चर इज डिफरेंट जिस तरह तुहानूं मैं ऑलरेडी दस्सिया अगर तुसीं दोने ए वाले डिजाइन देखोगे एच ग्राउंड ते पाइल दी रेशियो इन वार दे विच ग्राउंड ते वायर दी रेशियो इन वेफ्ट दे विच दोनों डिजाइन दे विच सेम है बट उन्हां दा स्ट्रक्चर डिफरेंट है जिस तरह तुहानूं दस्सिया कि ए डिजाइन दे विच जिहड़ा पाइल है वो लंबा फ्लोट लै रहा है 2 ग्राउंड पिक्स के बैक साइड तो जा रहा है बट इत्थे की है उसकी कंपैक्टनेस वधाउण लई असीं उसकी की है एक एडिशनल इंटरलेसमेंट करती ताकि साडा जिहड़ा स्ट्रक्चर है वो खराब ना हो यही वो इस फर्दर थ्योरी दे विच कह रहा है इन बी डिजाइन पाइल एंड इज अंडर वन पिक ए देखो पाइल का धागा ग्राउंड के एक ग्राउंड के थल्लेों जा रहा है while in A it float under 2 successive pick while in design A जिहड़ा पाइल का धागा है वो 2 पिक दे ग्राउंड दीयां 2 पिकां दे नीचेों जा रहा है
ਦਸ ਡੂ ਟੂ ਲੌਂਗਰ ਬੈਕ ਫਲੋਟ ਦ ਕੰਸਟਰਕਸ਼ਨ A ਇਜ਼ ਇਨਫੀਰੀਅਰ। ਉਸ ਲੌਂਗਰ ਫਲੋਟ ਕਰਕੇ ਜਿਹੜੀ ਸਾਡੀ A ਦੀ ਕੰਸਟਰਕਸ਼ਨ ਹੈ ਉਹ ਇਨਫੀਰੀਅਰ ਕਵਾਂਗੇ, ਕਿਉਂਕਿ ਜਦੋਂ ਅਸੀਂ ਉਸ ਨੂੰ ਯੂਜ਼ ਕਰਾਂਗੇ ਇਨ ਦਾ ਰੈਗੂਲਰ ਵੇਅਰਿੰਗ ਪਰਪਸ ਔਰ ਅਦਰ ਪਰਪਸ, ਉਹ ਜਿਹੜਾ ਸਾਡਾ ਫਲੋਟ ਹੈ ਬੈਕ ਸਾਈਡ ਤੇ ਉਹ ਖਰਾਬ ਹੋ ਸਕਦਾ, ਉਸ ਦੀ ਡਿਸਲੋਜਮੈਂਟ ਹੋ ਸਕਦੀ ਹੈ। ਸੈਕਿੰਡ ਟਾਈਪ ਹੈ ਸਾਡੇ ਕੋਲ ਫਾਸਟ ਪਾਈਲ ਸਟਰਕਚਰ। ਫਾਸਟ ਪਾਈਲ ਸਟਰਕਚਰ ਕੀ ਹੋਇਆ ਕਿ ਜਿਸ ਦਾ ਅਸੀਂ ਫੈਬਰਿਕ ਕੰਸਟਰਕਸ਼ਨ ਨੂੰ ਅਸੀਂ ਫਾਸਟ ਕਰਤਾ, ਮੀਨਸ ਉਹਦੀ ਕੰਪੈਕਟੈਂਸ ਵਧਾਤੀ ਹੈ। वही किस तरह करते हैं, वो की कह रहे हैं कि ऑर्डिनरी U shape binding of top shown in previous construction is adequate when short and dense pile is produced। ਜਿਹੜਾ ਅਸੀਂ ਪਿਛਲਾ ਡਿਜ਼ਾਈਨ ਬਣਾਇਆ ਤੁਹਾਨੂੰ ਦੱਸਿਆ ਕਿ ਉਹ ਚ U shape binding ਯੂਜ਼ ਕਰਦੇ ਹਾਂ। U shape binding ਡਿਜ਼ਾਈਨ ਦੇ ਵਿੱਚ ਅਸੀਂ ਡਿਸਕਸ਼ਨ ਦੇ ਵਿੱਚ ਆਲਰੇਡੀ ਡਿਸਕਸ ਕੀਤਾ ਸੀ। ਇਹ ਦੇਖੋ U shape binding, ਇਹ U shape binding, ਇਹ ਹੁੰਦੀ ਹੈ U shape binding। ਹੁਣ ਉਹ ਕਹਿ ਰਿਹਾ ਹੈ ਕਿ ਆਰਡੀਨਰੀ U shape ਬਾਈਂਡਿੰਗ ਜਿਹੜੀ ਜੀ ਪਿਛਲੇ ਡਿਜ਼ਾਈਨ ਦੇ ਵਿੱਚ ਅਸੀਂ ਡਿਸਕਸ ਕੀਤੀ ਹੈ ਉਹ ਉੱਥੇ ਯੂਜ਼ ਕਰਦੇ ਹਾਂ ਜਿੱਥੇ ਸਾਨੂੰ ਸ਼ਾਰਟ ਐਂਡ ਡੈਂਸ ਪਾਈਲ ਚਾਹੀਦੀ ਹੁੰਦੀ ਹੈ, ਕੱਪੜੇ ਚਾਹੀ ਪ੍ਰੋਡਿਊਸ ਕਰਨੀ ਹੁੰਦੀ। ਬਟ ਇਨ ਸਰਟਨ ਕੇਸਿਸ ਦ ਪਾਈਲ ਇਜ਼ ਸਬਜੈਕਟਡ ਟੂ ਹਾਈ ਡਿਗਰੀ ਆਫ ਰਬਿੰਗ। ਪਰ ਕਈ ਵਾਰੀ ਹੁੰਦਾ ਹੈ ਕਿ ਅਸੀਂ ਵੈਲਵਟ ਦੇ ਕੱਪੜਾ ਕਿਤੇ ਇਸ ਪਰਪਸ ਲਈ ਯੂਜ਼ ਕਰਨਾ ਕਿ ਉਸਦੀ ਉੱਥੇ ਰਬਿੰਗ ਬਹੁਤ ਜ਼ਿਆਦਾ ਹੋਣੀ ਹੈ। ਜਦ ਅਗਰ ਰਬਿੰਗ ਜ਼ਿਆਦਾ ਹੋਏਗੀ ਤਾਂ ਜਿਹੜਾ ਪਾਈਲ ਦੇ ਧਾਗੇ ਦਾ ਗਰਾਊਂਡ ਦੀ ਬੈਕ ਸਾਈਡ ਤੇ ਜਿਹੜਾ ਲੰਬਾ ਫਲੋਟ ਹੈ ਉਹ ਖਰਾਬ ਹੋ ਸਕਦਾ, ਧਾਗਾ ਸਾਡਾ ਖਰਾਬ ਹੋ ਸਕਦਾ ਹੈ ਅਗਰ ਉਸਦੀ ਬੈਕ ਸਾਈਡ ਤੇ ਲੰਬਾ ਪਾਈਲ ਦੇ ਧਾਗੇ ਦਾ ਲੰਬਾ ਫਲੋਟ ਹੋਏਗਾ। ਉਸ ਕੇਸ ਦੇ ਵਿੱਚ ਅਸੀਂ ਕੀ ਹੈ, ਅਕੋਰਡਿੰਗ ਟੂ ਟਾਈਪ ਆਫ ਯੂਜ਼ਸ ਅਸੀਂ ਕੀ ਹੈ ਕੰਸਟਰਕਸ਼ਨ ਚੇਂਜ ਕਰ ਸਕਦੇ ਹਾਂ। ਅਸੀਂ ਉਹਦੇ ਜਿਹੜੇ ਵੈਲਵਟ ਦੇ ਸਟਰਕਚਰ ਨੂੰ ਅਸੀਂ ਕੰਪੈਕਟ ਕਰ ਸਕਦੇ ਹਾਂ, ਫਾਸਟ ਬਣਾ ਸਕਦੇ ਹਾਂ। ਉਹ ਅਸੀਂ ਕਿਸ ਤਰ੍ਹਾਂ ਬਣਾ ਸਕਦੇ ਹਾਂ, ਵਿਦ ਦੀ ਹੈਲਪ ਆਫ U shape ਬਾਈਂਡਿੰਗ। ਅਗਰ ਸਟਰਕਚਰ ਨੂੰ ਅਸੀਂ ਕੰਪੈਕਟ ਕਰਨਾ ਹੈ ਤਾਂ ਅਸੀਂ ਉੱਥੇ ਇਹ ਵਾਲੀ U shape ਬਾਈਂਡਿੰਗ ਯੂਜ਼ ਕਰ ਲਾਂਗੇ, ਜਿਸ ਨੂੰ ਅਸੀਂ ਨਾਮ ਦਿੱਤਾ ਗਿਆ ਫਾਸਟ ਪਾਈਲ ਸਟਰਕਚਰ। ਇਸ ਦੇ ਵਿੱਚ ਕੀ ਹੈ, ਅਸੀਂ ਜਿਹੜਾ ਵੈਲਵਟ ਫੈਬਰਿਕ ਦਾ ਜਿਹੜਾ ਸਾਡਾ ਪ੍ਰੋਡਿਊਸ ਹੁੰਦਾ ਹੈ ਉਸ ਦੀ ਅਸੀਂ ਸਟਰਕਚਰ ਨੂੰ ਅਸੀਂ ਕੰਪੈਕਟ ਕਰ ਦਿੰਦੇ ਹਾਂ। in which pile end is additionally interlaced with the weft between the wires so that it cannot be easily pulled out। ਉਹੀ ਚੀਜ਼ ਹੈ ਕਿ ਅਸੀਂ ਕੀ ਹੈ ਜਿਹੜੇ ਪਾਈਲ ਦੇ ਧਾਗੇ ਨੂੰ ਐਡੀਸ਼ਨਲੀ ਗਰਾਊਂਡ ਦੇ ਧਾਗੇ ਦੇ ਨਾਲ ਇੰਟਰਲੇਸ ਕਰ ਦਿੰਦੇ ਤਾਂ ਕਿ ਡਿਊਰਿੰਗ ਦਾ ਯੂਜ਼ਸ ਉਹ ਧਾਗਾ ਪਾਈਲ ਦਾ ਧਾਗਾ ਖਰਾਬ ਨਾ ਹੋਵੇ, ਉਸ ਦੀ ਡਿਸਲੋਜਮੈਂਟ ਨਾ ਹੋਵੇ, ਉਹ ਕੰਸਟਰਕਸ਼ਨ ਸਾਡੀ ਫੈਬਰਿਕ ਦੀ ਸਹੀ ਰਹੇ। ਤਾਂ ਇਸ ਦੇ ਗ੍ਰਾਫ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੇਖ ਪਾ ਰਹੇ ਹੋ ਸੇਮ ਉਸੇ ਤਰ੍ਹਾਂ ਹੀ ਗਰਾਊਂਡ ਦੇ ਧਾਗੇ ਸਾਡੇ ਕੋਲ ਦੋ ਤਰ੍ਹਾਂ ਦੇ ਨੇ, ਇੱਕ ਗਰਾਊਂਡ 1 ਪਾਈਲ, 2 ਗਰਾਊਂਡ 1 ਪਾਈਲ ਐਂਡ ਗਰਾਊਂਡ 2 ਗਰਾਊਂਡ 1 ਪਾਈਲ ਦੀ ਰੇਸ਼ੀਓ ਹੈ, ਸੇਮ ਹੈ ਜੋ ਕਿ ਅਸੀਂ ਪਿਛਲੇ ਡਿਜ਼ਾਈਨ ਦੇ ਵਿੱਚ ਡਿਸਕਸ ਕੀਤਾ ਹੈ। ਹੁਣ ਇੱਥੇ ਕੀ ਹੈ, ਗਰਾਊਂਡ ਦੀਆਂ 3 ਪਿਕਸ ਨੇ, 3 ਗਰਾਊਂਡ 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 ਦੈਨ ਵਾਇਰ, 3 ਗਰਾਊਂਡ ਦੈਨ ਵਾਇਰ, ਠੀਕ ਹੈ। ਹੁਣ ਜਿੱਥੇ ਜਿੱਥੇ ਗਰਾਊਂਡ ਹੈਗਾ ਉੱਥੇ ਤੁਸੀਂ ਫੇਰ ਗ੍ਰੀਨ ਕਲਰ ਦੇ ਨਾਲ ਪਲੇਨ ਵੀ ਭਰ ਦਿਓ, 1 ਅਪ 1 ਡਾਊਨ 1 ਅਪ, ਵਾਇਰ ਨੂੰ ਛੱਡ ਕੇ 1 ਡਾਊਨ 1 ਅਪ 1 ਡਾਊਨ। ਸੈਕਿੰਡ ਗਰਾਊਂਡ ਦਾ ਧਾਗਾ ਇਹ ਵਾਲਾ 1 ਡਾਊਨ 1 ਅਪ 1 ਡਾਊਨ 1 ਅਪ 1 ਡਾਊਨ 1 ਅਪ। ਥਰਡ ਗਰਾਊਂਡ ਦਾ ਧਾਗਾ ਫਿਰ 1 ਅਪ 1 ਡਾਊਨ 1 ਅਪ 1 ਡਾਊਨ 1 ਅਪ 1 ਡਾਊਨ। ਚੌਥਾ ਗਰਾਊਂਡ ਦਾ ਧਾਗਾ 1 ਡਾਊਨ 1 ਅਪ 1 ਡਾਊਨ 1 ਅਪ 1 ਡਾਊਨ 1 ਅਪ। ਇਹ ਸੀ ਅਸੀਂ ਗਰਾਊਂਡ ਦੇ ਧਾਗਿਆਂ ਤੇ ਗ੍ਰੀਨ ਕਲਰ ਦੇ ਨਾਲ ਅਸੀਂ ਪਲੇਨ ਵੀ ਭਰਤੀ ਹੈ। ਉਸ ਤੋਂ ਬਾਅਦ ਤੁਸੀਂ ਪਾਇਲ ਦੇ ਧਾਗਿਆਂ ਨੂੰ ਸੇਮ ਪਿਛਲੇ ਡਿਜ਼ਾਈਨ ਵਾਂਗ ਹਰ ਇੱਕ ਵਾਇਰ ਦੇ ਉੱਤੇ ਚੱਕ ਦਿਓ ਰੈੱਡ ਕਲਰ ਦੇ ਨਾਲ। ਪਾਇਲ ਦਾ ਧਾਗਾ ਗਰਾਊਂਡ ਵਾਇਰ ਦੇ ਉੱਤੇ ਚੱਕਤਾ, 2 ਨੰਬਰ ਵਾਇਰ ਤੇ ਵੀ ਚੱਕਤਾ। ਪਾਇਲ ਦਾ ਧਾਗਾ 1 ਨੰਬਰ ਵਾਇਰ ਤੇ ਵੀ ਚੱਕਤਾ ਤੇ 2 ਨੰਬਰ ਵਾਇਰ ਤੇ ਵੀ ਚੱਕਤਾ। ਇਹ ਸਾਡਾ ਸੇਮ ਪਿਛਲਾ ਡਿਜ਼ਾਈਨ ਹੋ ਗਿਆ। ਬਟ ਫਰਕ ਕੀ ਹੈ ਕਿ ਅਸੀਂ ਪਾਇਲ ਦੇ ਧਾਗੇ ਦੀ ਇੱਕ ਇੰਟਰਲੇਸਮੈਂਟ ਐਡੀਸ਼ਨਲ ਕਰਾਣੀ ਹੈ। ਕਿਸ ਤਰ੍ਹਾਂ, ਇਹ ਪਾਇਲ ਦਾ ਧਾਗਾ ਆ, ਪਹਿਲੇ ਗਰਾਊਂਡ ਦੇ ਨੀਚੋਂ ਜਾ ਰਿਹਾ, 2 ਨੰਬਰ ਗਰਾਊਂਡ ਦੇ ਉੱਤੋਂ ਰੇਜ਼ ਕਰ ਉੱਥੇ ਰੇਜ਼ਿੰਗ ਕਰਤੀ ਉਹਦੀ, 2 ਨੰਬਰ ਗਰਾਊਂਡ ਦੇ ਉੱਤੋਂ ਜਾ ਰਿਹਾ, 3 ਨੰਬਰ ਗਰਾਊਂਡ ਦੇ ਨੀਚੋਂ ਜਾ ਰਿਹਾ। ਇੱਥੇ ਉਹੀ ਪਾਇਲ ਦਾ ਧਾਗਾ 4 ਨੰਬਰ ਗਰਾਊਂਡ ਦੇ ਨੀਚੋਂ ਜਾ ਰਿਹਾ, 5 ਨੰਬਰ ਗਰਾਊਂਡ ਦੇ ਉੱਤੋਂ ਜਾ ਰਿਹਾ, 6 ਨੰਬਰ ਗਰਾਊਂਡ ਦੇ ਨੀਚੋਂ ਜਾ ਰਿਹਾ। ਸੇਮ ਜਿਹੜਾ ਇਹ ਵਾਲਾ 2 ਨੰਬਰ ਪਾਇਲ ਦਾ ਧਾਗਾ ਇਹ ਵੀ ਸੇਮ ਵਰਕਿੰਗ ਇਸੇ ਤਰ੍ਹਾਂ ਹੀ ਕਰੇਗਾ। ਬਸ ਫਰਕ ਇਹ ਹੈ ਕਿ ਅਸੀਂ ਇੱਕ ਛੱਡ ਕੇ ਉਹਦੀ ਐਡੀਸ਼ਨਲ ਇੰਟਰਲੇਸਮੈਂਟ ਕਰਤੀ ਹੈ ਤਾਂ ਕਿ ਸਾਡਾ ਜਿਹੜਾ ਵੈਲਵਟ ਫੈਬਰਿਕ ਦਾ ਜਿਹੜਾ ਸਟਰਕਚਰ ਹੈ ਉਹ ਕੰਪੈਕਟ ਹੋ ਜਾਏ, ਕੱਪੜੇ ਦੇ ਬੈਕ ਸਾਈਡ ਤੇ ਲੰਬਾ ਫਲੋਟ ਨਾ ਲਵੇ। ਕਿਉਂਕਿ ਕਈ ਵਾਰੀ ਅਸੀਂ ਕੱਪੜੇ ਨੂੰ ਕਿਸੇ ਪਰਪਸ ਲਈ ਯੂਜ਼ ਕਰਨਾ ਹੁੰਦਾ ਜਿੱਥੇ ਉਸਦੀ ਰਬਿੰਗ ਜ਼ਿਆਦਾ ਹੁੰਦੀ ਹੈ। ਰਬਿੰਗ ਜ਼ਿਆਦਾ ਹੋਏਗੀ ਤਾਂ ਸਾਡਾ ਜਿਹੜਾ ਅਗਰ ਲੰਬਾ ਫਲੋਟ ਹੈ ਜੋ ਕਿ ਕੱਪੜੇ ਦੀ ਬੈਕ ਸਾਈਡ ਤੇ ਹੁੰਦਾ ਹੈ ਉਹ ਵੀ ਪਾਇਲ ਦੇ ਧਾਗੇ ਦਾ ਹੁੰਦਾ ਤਾਂ ਉਹ ਕੀ ਖਰਾਬ ਹੋ ਸਕਦਾ, ਜਿਸ ਕਰਕੇ ਸਾਡਾ ਜਿਹੜਾ ਫੈਬਰਿਕ ਦੇ ਸਰਫੇਸ ਦੇ ਉੱਤੇ ਜਿਹੜਾ ਬ੍ਰਸ਼ ਸਟਰਕਚਰ ਹੈ ਉਹ ਖਰਾਬ ਹੋ ਸਕਦਾ ਹੈ। ਉਸ ਚੀਜ਼ ਨੂੰ ਅਵੋਇਡ ਕਰਨ ਲਈ ਇਹਨਾਂ ਨੇ ਕੀ ਕੀਤਾ ਕਿ ਪਾਇਲ ਦੇ ਧਾਗੇ ਦੀ ਗਰਾਊਂਡ ਦੇ ਧਾਗੇ ਨਾਲ ਐਡੀਸ਼ਨਲ ਇੰਟਰਲੇਸਮੈਂਟ ਕਰਤੀ। ਜਿਹੜਾ ਇਹੋ ਜਿਹਾ ਸਟਰਕਚਰ ਜਿਹੜਾ ਕਿ ਸਾਡੇ ਫੈਬਰਿਕ ਨੂੰ ਕੰਪੈਕਟ ਕਰਦਾ ਉਸ ਨੂੰ ਅਸੀਂ ਫਾਸਟ ਪਾਇਲ ਸਟਰਕਚਰ ਕਹਿੰਦੇ ਹਾਂ। ਇਹ 'ਚ ਬਸ ਅਸੀਂ
ਪਾਇਲ ਦੇ ਧਾਗੇ ਦੀ ਗਰਾਊਂਡ ਦੇ ਧਾਗੇ ਦੇ ਨਾਲ ਐਡੀਸ਼ਨਲ ਇੰਟਰਲੇਸਮੈਂਟ ਕਰਦੀ ਹੈ। ਸੋ ਇਹਦਾ ਤੁਸੀਂ ਕ੍ਰੋਸ ਸੈਕਸ਼ਨ ਦੇਖੋ, ਕ੍ਰੋਸ ਸੈਕਸ਼ਨ ਬਣਾਉਣਾ ਬਹੁਤ ਜ਼ਰੂਰੀ ਹੈ। ਗਰਾਊਂਡ ਉਸੇ ਤਰ੍ਹਾਂ ਹੀ ਪਲੇਨ, ਗਰਾਊਂਡ ਦੇ ਧਾਗਿਆਂ 'ਚ ਪਲੇਨ ਵੀ ਭਰਤੀ। ਉਸ ਤੋਂ ਬਾਅਦ ਪਾਇਲ ਦੇ ਧਾਗੇ ਦੀ ਵਰਕਿੰਗ ਦੇਖੋ। ਪਾਇਲ ਦਾ ਧਾਗਾ ਪਹਿਲੀ ਗਰਾਊਂਡ ਦੀ ਪਿਕ ਤੋਂ ਡਾਊਨ ਜਾ ਰਿਹਾ, ਪਾਇਲ ਦਾ ਧਾਗਾ ਪਹਿਲੀ ਗਰਾਊਂਡ ਦੀ ਪਿਕ ਤੋਂ ਡਾਊਨ ਜਾ ਰਿਹਾ, 2 ਨੰਬਰ ਗਰਾਊਂਡ ਦੇ ਉੱਤੋਂ ਜਾ ਰਿਹਾ, 2 ਨੰਬਰ ਗਰਾਊਂਡ ਦੇ ਉੱਤੋਂ ਜਾ ਰਿਹਾ, 3 ਨੰਬਰ ਗਰਾਊਂਡ ਦੇ ਨੀਚੋਂ ਜਾ ਰਿਹਾ, 3 ਨੰਬਰ ਗਰਾਊਂਡ ਦੇ ਨੀਚੋਂ ਜਾ ਰਿਹਾ। ਉਸ ਤੋਂ ਬਾਅਦ 3 ਤੇ 4 ਨੰਬਰ ਦੇ ਵਿੱਚ ਸਾਡਾ ਜਿਹੜਾ ਪਾਇਲ ਬਣਦੀ ਵੀ ਹੈ, 3 ਤੇ 4 ਨੰਬਰ ਦੇ ਵਿੱਚ ਸਾਡੀ ਪਾਇਲ ਬਣਦੀ ਵੀ, ਇੱਥੇ ਇਹ ਵਾਲਾ ਕੱਟ ਦਾ ਨਿਸ਼ਾਨ ਲਗਾ ਦਿਓ। ਉਸ ਤੋਂ ਬਾਅਦ 4 ਨੰਬਰ ਵੈਫਟ ਦੇ ਨੀਚੋਂ ਜਾ ਰਿਹਾ ਜਾਂ ਗਰਾਊਂਡ ਦੇ ਨੀਚੇ ਜਾ ਰਿਹਾ, 5 ਨੰਬਰ ਵੈਫਟ ਦੇ ਉੱਤੋਂ ਜਾ ਰਿਹਾ ਤੇ 6 ਨੰਬਰ ਗਰਾਊਂਡ ਦੇ ਵੈਫਟ ਤੋਂ ਨੀਚੇ ਜਾ ਕੇ ਫਿਰ ਅੱਗੇ ਉਸੇ ਤਰ੍ਹਾਂ ਹੀ ਲੂਪ ਬਣੇਗੀ ਤੇ ਇਹ ਕੱਟ ਦਾ ਨਿਸ਼ਾਨ ਇੱਥੇ ਲੱਗੇਗਾ। ਇਹਨੂੰ ਇਹ ਦੇਖੋ ਡਬਲਯੂ ਸ਼ੇਪ ਬਾਈਂਡਿੰਗ, ਇਹ ਡਬਲਯੂ ਸ਼ੇਪ ਦੇ ਰਿਹਾ, ਡਬਲਯੂ ਸ਼ੇਪ। ਇਹ ਡਬਲਯੂ ਸ਼ੇਪ ਬਾਈਂਡਿੰਗ ਅਸੀਂ ਉੱਥੇ ਦਿੰਨੇ ਆ ਜਿੱਥੇ ਸਾਨੂੰ ਫੈਬਰਿਕ ਦਾ ਜਿਹੜਾ ਵੈਲਵਟ ਫੈਬਰਿਕ ਦਾ ਜਿਹੜਾ ਸਟਰਕਚਰ ਹੈ ਉਸ ਨੂੰ ਕੰਪੈਕਟ ਕਰਨਾ ਹੋਵੇ, ਉੱਥੇ ਅਸੀਂ ਇਹ ਡਬਲਯੂ ਸ਼ੇਪ ਬਾਈਂਡਿੰਗ ਯੂਜ਼ ਕਰਦੇ ਹਾਂ। ਯੂ ਸ਼ੇਪ ਬਾਈਂਡਿੰਗ ਜੋ ਕਿ ਪ੍ਰੀਵੀਅਸ ਸਟਰਕਚਰ ਸੀ ਉਹ ਉੱਥੇ ਯੂਜ਼ ਕਰਾਂਗੇ ਜਿੱਥੇ ਅਸੀਂ ਨਾਰਮਲ ਯੂਜ਼ਸ ਵਾਸਤੇ ਫੈਬਰਿਕ ਨੂੰ ਯੂਜ਼ ਕਰਨਾ, ਜਿੱਥੇ ਫੈਬਰਿਕ ਦੀ ਬਹੁਤੀ ਰਬਿੰਗ ਨਹੀਂ ਹੋਣੀ। ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਵੈਲਵਟ ਦਾ ਫੈਬਰਿਕ ਕਿਸੇ ਪਰਪਸ ਲਈ ਯੂਜ਼ ਕਰਨਾ ਤੇ ਉੱਥੇ ਉਸ ਦੀ ਰਬਿੰਗ ਜ਼ਿਆਦਾ ਹੋਣੀ ਹੈ ਤਾਂ ਤੁਸੀਂ ਉਸ ਸਟਰਕਚਰ ਨੂੰ ਫਾਸਟ ਪਾਈ ਕਰ ਸਕਦੇ। ਥਰਡ ਟਾਈਪ ਹੈ ਅਲਟਰਨੇਟ ਪਾਈਲ ਓਵਰ ਅਲਟਰਨੇਟ ਵਾਇਰ, ਜਿਸ ਦਾ ਮੈਂ ਤੁਹਾਨੂੰ 1 ਨੰਬਰ ਟਾਈਪ ਤੇ ਵੀ ਡਿਸਕਸ਼ਨ ਕੀਤਾ ਸੀ ਕਿ ਪਲਸ ਸਟਰਕਚਰ ਤੁਹਾਨੂੰ ਕੀ ਹੈ 3 ਨੰਬਰ ਟਾਈਪ ਦੇ ਵਿੱਚ ਡਿਸਕਸ ਕਰਾਂਗੇ। ਹੁਣ ਉਹੀ ਹੈ ਕਿ ਅਲਟਰਨੇਟ ਪਾਈਲ ਓਵਰ ਅਲਟਰਨੇਟ ਵਾਇਰ, ਇਟ ਇਜ਼ ਆਲਸੋ ਨੋਨ ਐਜ਼ ਪਲਸ ਸਟਰਕਚਰ। ਇਸ ਨੂੰ ਪਲਸ ਸਟਰਕਚਰ ਵੀ ਕਹਿੰਦੇ ਆ। ਇਨ ਵਿਚ ਈਚ ਪਾਈਲ ਐਂਡ ਆਰ ਰੇਜ਼ਡ ਔਨ ਅਲਟਰਨੇਟ ਵਾਇਰ, ਇਨ ਵਿਚ ਇਹਦੇ ਵਿੱਚ ਕੀ ਹੁੰਦਾ ਕਿ ਪਾਈਲ ਦਾ ਧਾਗਾ ਅਲਟਰਨੇਟ ਮੈਨਰ ਦੇ ਵਿੱਚ ਇੱਕ ਛੱਡ ਕੇ ਇੱਕ ਪਾਈਲ ਦਾ ਧਾਗਾ ਅਲਟਰਨੇਟ ਮੈਨਰ ਦੇ ਵਿੱਚ ਵਾਇਰ ਦੇ ਉੱਤੇ ਰੇਜ਼ ਕੀਤਾ ਜਾਂਦਾ ਹੈ। ਪ੍ਰੋਵਾਈਡ ਮੋਰ ਯੂਨੀਫਾਰਮ ਪਾਈਲ ਸਟਰਕਚਰ ਔਰ ਕਵਰ ਟੂ ਫੈਬਰਿਕ, ਇਹ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਸਟਰਕਚਰ ਹੈ ਇਹ ਮੋਰ ਯੂਨੀਫਾਰਮ ਪਾਈਲ ਸਟਰਕਚਰ ਪ੍ਰੋਵਾਈਡ ਕਰਦਾ ਹੈ ਔਰ ਬੈਟਰ ਕਵਰ ਟੂ ਦਾ ਫੈਬਰਿਕ। ਤੇ ਇਸ ਦੇ ਦੁਆਰਾ ਬਣਾਇਆ ਗਿਆ ਕਪੜਾ ਅਸੀਂ ਅਪਹੋਲਸਟਰੀ ਪਲਸ਼ਸ ਵਾਸਤੇ ਯੂਜ਼ ਕਰਦੇ ਹਾਂ ਬਿਕੋਜ਼ ਫਾਸਟ ਪਾਈਲ ਕੈਨ ਬੀ ਈਜ਼ੀਲੀ ਅਰੇਂਜਡ। ਹੁਣ ਇਹਦੇ ਵਿੱਚ ਕੀ ਹੈ ਅਲਟਰਨੇਟ ਪਾਈਲ ਓਵਰ ਅਲਟਰਨੇਟ ਵਾਇਰਸ, ਇਸ ਨੂੰ ਅਸੀਂ ਪਲਸ ਸਟਰਕਚਰ ਵੀ ਕਹਿੰਦੇ ਹਾਂ। ਹੁਣ ਇਸ ਡਿਜ਼ਾਈਨ ਦੇ ਵਿੱਚ ਕੀ ਹੈ ਅਸੀਂ ਇੱਕ ਗਰਾਊਂਡ ਦਾ ਧਾਗਾ ਤੇ ਇੱਕ ਪਾਇਲ ਦਾ ਧਾਗਾ, ਇਹ 'ਚ ਥੋੜਾ ਗਰਾਊਂਡ ਤੇ ਪਾਇਲ ਦੀ ਰੇਸ਼ੋ ਅਸੀਂ ਚੇਂਜ ਕਰਾਂਗੇ। ਜਿਹੜੇ ਅਸੀਂ ਪਿਛਲੇ ਹੁਣੇ ਡਿਜ਼ਾਈਨ ਅਸੀਂ ਡਿਸਕਸ ਕੀਤੇ ਨੇ ਉਹਦੇ ਵਿੱਚ ਅਸੀਂ 2 ਗਰਾਊਂਡ 1 ਪਾਇਲ ਦੀ ਰੇਸ਼ੋ ਲੈਂਦੇ, ਬਟ ਇਹਦੇ ਵਿੱਚ ਅਸੀਂ ਰੇਸ਼ੋ ਚੇਂਜ ਕਰਾਂਗੇ 1 ਗਰਾਊਂਡ 1 ਪਾਇਲ। ਹੁਣ ਇਹ 'ਚ ਕੀ ਹੈ ਪਹਿਲਾ ਪਾਇਲ ਦਾ ਧਾਗਾ, ਦੂਸਰਾ ਗਰਾਊਂਡ, 2 ਨੰਬਰ ਪਾਇਲ 2 ਨੰਬਰ ਗਰਾਊਂਡ, 3 ਨੰਬਰ ਪਾਇਲ 3 ਨੰਬਰ ਗਰਾਊਂਡ, 4 ਨੰਬਰ ਪਾਇਲ 4 ਨੰਬਰ ਗਰਾਊਂਡ। ਠੀਕ ਹੈ, ਇਹ ਹੋ ਗਿਆ ਵਾਰ ਪੈਟਰਨ। ਵੈਫਟ ਦੇ ਵਿੱਚ 2 ਗਰਾਊਂਡ 1 ਵਾਇਰ 2 ਗਰਾਊਂਡ 1 ਵਾਇਰ। ਜਿੱਥੇ ਜਿੱਥੇ ਗਰਾਊਂਡ ਹੈਗਾ ਉੱਥੇ ਰੈੱਡ ਪਲੇ ਗਰਾਊਂਡ ਦੇ ਵਿੱਚ ਰੈੱਡ ਕਲਰ ਦੇ ਨਾਲ ਤੁਸੀਂ ਪਲੇਨ ਵੀ ਭਰ ਲਓ। 1 ਅਪ 1 ਡਾਊਨ ਵਾਇਰ ਛੱਡ ਕੇ 1 ਅਪ 1 ਡਾਊਨ 1 ਡਾਊਨ 1 ਅਪ 1 ਡਾਊਨ 1 ਅਪ। 3 ਨੰਬਰ ਗਰਾਊਂਡ 1 ਅਪ 1 ਡਾਊਨ 1 ਅਪ 1 ਡਾਊਨ। 4 ਨੰਬਰ ਗਰਾਊਂਡ 1 ਡਾਊਨ 1 ਅਪ 1 ਡਾਊਨ 1 ਅਪ। ਇਹ ਅਸੀਂ ਗਰਾਊਂਡ ਦੇ ਧਾਗੇ ਤੇ 4 ਗਰਾਊਂਡ ਦੇ ਧਾਗੇ ਨੇ ਉਹਨਾਂ ਤੇ ਅਸੀਂ ਪਲੇਨ ਵੀ ਭਰ ਲਈ ਵਿਦ ਦੀ ਯੂਜ਼ ਆਫ ਰੈੱਡ ਕਲਰ। ਹੁਣ ਤੁਸੀਂ ਫੇਮ ਪਾਇਲ ਦੇ ਧਾਗਿਆਂ ਨੂੰ ਰੇਜ਼ ਕਰਨਾ ਇਨ ਅਲਟਰਨੇਟ ਮੈਨਰ, ਇੱਕ ਛੱਡ ਕੇ ਇੱਕ। ਇਹ 1 ਨੰਬਰ ਪਾਇਲ ਦਾ ਧਾਗਾ, ਹੁਣ ਪਾਇਲ ਦੇ ਧਾਗੇ ਦੀ ਰੇਜ਼ਿੰਗ ਨਹੀਂ, 1 ਨੰਬਰ ਪਾਇਲ ਦਾ ਧਾਗਾ ਤੁਸੀਂ 1 ਨੰਬਰ ਵਾਇਰ ਤੇ ਰੇਜ਼ ਕਰਤਾ। ਸਾਡੇ ਕੋਲ 2 ਵਾਇਰ ਇਨਸਰਟ ਹੋ ਰਹੀਆਂ, ਇੱਕ ਨੰਬਰ ਵਾਇਰ ਆ ਹੈ, ਇਹ 2 ਨੰਬਰ ਵਾਇਰ ਇਹ ਵਾਲੀ। ਪਾਇਲ ਦਾ ਧਾਗਾ 1 ਨੰਬਰ, ਜਿਹੜਾ 1 ਨੰਬਰ ਪਾਇਲ ਦਾ ਧਾਗਾ ਉਸਨੂੰ 1 ਨੰਬਰ ਵਾਇਰ ਤੇ ਰੇਜ਼ ਕਰਤਾ। ਅਗਲਾ ਉੱਤੇ 2 ਨੰਬਰ ਵਾਇਰ ਤੇ ਰੇਜ਼ ਨਹੀਂ ਕਰਨਾ, ਠੀਕ ਹੈ, ਇਹਨੂੰ ਛੱਡ ਦੇਣਾ। ਜਿਹੜਾ ਅਗਲਾ ਪਾਇਲ ਦਾ ਧਾਗਾ ਉਹ ਇਸ ਤੋਂ ਉਲਟ ਕੰਮ ਕਰੇਗਾ। 2 ਨੰਬਰ ਪਾਇਲ ਦਾ ਧਾਗਾ ਤੁਸੀਂ 1 ਨੰਬਰ ਵਾਇਰ ਤੇ ਡਾਊਨ ਕਰਨਾ ਤੇ 2 ਨੰਬਰ ਵਾਇਰ ਤੇ ਰੇਜ਼ ਕਰਨਾ। ਅਲਟਰਨੇਟ ਮੈਨਰ ਮੀਨਸ ਇੱਕ ਛੱਡ ਕੇ ਇੱਕ, ਉਲਟਾ ਹੋ ਗਿਆ ਨਾ। ਹੁਣ ਸੇਮ 3 ਨੰਬਰ ਪਾਇਲ ਦਾ ਧਾਗਾ ਤੁਸੀਂ 1 ਨੰਬਰ ਵਾਇਰ ਤੇ ਰੇਜ਼ ਕਰਨਾ ਤੇ 2 ਨੰਬਰ ਵਾਇਰ ਤੇ ਰੇਜ਼ ਨਹੀਂ ਕਰਨਾ, ਖਾਲੀ ਛੱਡ ਦੇਣਾ। ਚੌਥਾ ਪਾਇਲ ਦਾ ਧਾਗਾ ਤੁਸੀਂ 1 ਨੰਬਰ ਵਾਇਰ ਤੇ ਡਾਊਨ ਰੱਖਣਾ ਤੇ 2 ਨੰਬਰ ਵਾਇਰ ਤੇ ਰੇਜ਼ ਕਰ ਦੇਣਾ। ਇਹ ਹੋ ਗਿਆ ਅਲਟਰਨੇਟ ਮੈਨਰ ਮੀਨਸ ਇੱਕ ਵਾਰੀ ਇੱਥੇ, ਇੱਕ ਵਾਰੀ ਇੱਕ ਪਹਿਲਾ ਪਾਇਲ ਦਾ ਧਾਗਾ ਪਹਿਲੇ 1 ਨੰਬਰ ਵਾਇਰ ਤੇ ਰੇਜ਼ ਕੀਤਾ, ਫਿਰ 2 ਨੰਬਰ, ਫਿਰ 1 ਨੰਬਰ, ਫਿਰ 2 ਨੰਬਰ। ਇਹਨੂੰ ਕਹਿੰਦੇ ਨੇ ਅਲਟਰਨੇਟ ਮੀਨਸ ਇੱਕ ਛੱਡ ਕੇ। ਉਸ ਤੋਂ ਬਾਅਦ ਕੀ ਹੈ ਤੁਸੀਂ ਜਿਹੜਾ ਪਾਇਲ ਦਾ ਧਾਗਾ ਜੋ ਤੁਸੀਂ ਵਾਇਰ ਦੇ ਉੱਤੇ ਰੇਜ਼ ਕਰਤਾ ਇਨ ਅਲਟਰਨੇਟ ਮੈਨਰ ਦੇ ਵਿੱਚ, ਉਸ ਦੀ ਬਾਅਦ ਤੁਸੀਂ ਕੀ ਆ ਹਰ ਇੱਕ ਦੇ ਨੀਚੇ ਤੁਸੀਂ ਐਡੀਸ਼ਨਲ ਸਟਿਚਿੰਗ ਦੇ ਦੇਣੀ ਹੈ। ਜਿਸ ਤਰ੍ਹਾਂ 1 ਨੰਬਰ ਪਾਇਲ ਦਾ ਤਾਂ ਕੋਈ
धागा तुसी एक नंबर वायर ते रेज किया सी, दो नंबर वायर ते रेज नहीं किया, तो ਉਹਦੇ ਥੱਲੇ एडिशनल इंटरलेसमेंट दे देनी है, 1 डाउन 1 अप, ਇਹਦੇ ਥੱਲੇ भी अप डाउन। इसे तरह ही इधर ये वाला ग्राउंड का धागा, ये वाला जड़ा पाइल का धागा तुसी 2 नंबर वायर ते रेज किया, 2 नंबर पाइल का धागा, ਉਹਦੇ थल्ले भी 1 डाउन 1 अप, वह वायर छड़ के फिर अप। उस तो बाद 3 नंबर पाइल का धागा तुसी 1 नंबर वायर ते रेज किया, उत्थों शुरू करके डाउन अप, यह वायर छड़ के इत्थे भी अप। उस तो बाद तुसी 4 नंबर धागा 2 नंबर वायर ते रेज किया, ਉਹਦੇ थल्ले शुरू हो जाओ डाउन अप, वायर छड़ के अप। ਇਹ ਸੀ ਇਹਦਾ ਫਲਸ਼ ਸਟਰਕਚਰ ਨੂੰ ਅਸੀਂ ਕਿਸ ਤਰ੍ਹਾਂ ਗ੍ਰਾਫ ਪੇਪਰ ਤੇ ਕੰਸਟਰਕਟ ਕਰ ਸਕਦੇ ਹਾਂ, ਜਿਸ ਨੂੰ ਅਸੀਂ ਅਲਟਰਨੇਟ ਪਾਈਲ ਓਵਰ ਅਲਟਰਨੇਟ ਵਾਇਰ ਵੀ ਕਹਿੰਦੇ ਹਾਂ। ਹੁਣ ਇਸ ਦਾ ਥੋੜਾ ਯਾਨ ਕ੍ਰਾਸ ਸੈਕਸ਼ਨ ਦੇਖ ਲਓ ਕਿਸ ਤਰ੍ਹਾਂ ਆਏਗਾ। ਗਰਾਊਂਡ ਜਿਹੜਾ ਹੈਗਾ ਸਾਡਾ, ਇਹ ਗਰਾਊਂਡ ਦੇ ਧਾਗੇ ਉੱਥੇ ਉਸੇ ਤਰ੍ਹਾਂ ਹੀ ਪਲੇਨ ਵੀ ਪਈ ਦੀ, ਇਹ ਪਲੇਨ ਵੀ ਇਨਸਰਟ ਕੀਤੀ ਦੀ। ਹੁਣ ਤੁਸੀਂ ਇਹ ਦੇਖੋ ਕਿ ਪਹਿਲਾਂ ਇੱਥੋਂ 1 ਨੰਬਰ ਪਾਇਲ ਦਾ ਧਾਗਾ ਦੇਖੋ ਕਿਸ ਤਰ੍ਹਾਂ ਕੰਮ ਕਰ ਰਿਹਾ। 1 ਨੰਬਰ ਪਾਇਲ ਦਾ ਧਾਗਾ ਕੀ ਹੈ, ਪਹਿਲੇ ਗਰਾਊਂਡ ਦੇ ਉੱਤੋਂ ਜਾ ਰਿਹਾ, 1 ਨੰਬਰ ਗਰਾਊਂਡ ਦੇ ਉੱਤੋਂ ਜਾ ਰਿਹਾ, 2 ਨੰਬਰ ਗਰਾਊਂਡ ਦੇ ਨੀਚੋਂ ਜਾ ਰਿਹਾ, ਉਸ ਤੋਂ ਬਾਅਦ 3 ਨੰਬਰ ਤੇ ਉਸ ਤੋਂ ਬਾਅਦ 2 ਨੰਬਰ ਤੇ 3 ਨੰਬਰ ਗਰਾਊਂਡ ਦੇ ਵਿੱਚ ਸਾਡੀ ਪਾਇਲ ਬਣਦੀ ਪਈ ਹੈ। ਇਹ 2 ਨੰਬਰ ਤੇ ਇਹ 3 ਨੰਬਰ ਦੇ ਵਿੱਚ ਸਾਡੀ ਪਾਇਲ ਬਣਦੀ ਪਈ। ਉਸ ਤੋਂ ਬਾਅਦ 3 ਨੰਬਰ ਗਰਾਊਂਡ ਦੇ ਨੀਚੋਂ ਜਾ ਰਿਹਾ, 3 ਨੰਬਰ ਗਰਾਊਂਡ ਦੇ ਨੀਚੋਂ ਜਾ ਰਿਹਾ, ਤੇ ਉਸ ਤੋਂ ਬਾਅਦ 3 ਨੰਬਰ ਗਰਾਊਂਡ ਦੇ ਨੀਚੇ ਜਾਣ ਤੋਂ ਬਾਅਦ ਸਾਡਾ ਜਿਹੜਾ 4 ਨੰਬਰ ਤੇ 1 ਨੰਬਰ ਗਰਾਊਂਡ ਹੈ ਉਹ ਆਪਸ ਵਿੱਚ ਮਿਲ ਜਾਏਗਾ, ਫਿਰ ਡਾਊਨ ਜਾ ਕੇ ਅਗਲਾ ਪਾਇਲ ਸਾਡਾ ਇਸ ਪੋਜੀਸ਼ਨ ਤੇ ਬਣੇਗਾ। पॉइंट क्लियर होया यह चीज़ का। फिर नहीं तो फिर एक बार रिपीट कर देने, जिस तरह यह ग्राउंड का धागा अं एक ही पाइल के धागा का जोड़ा क्रॉस सैक्शन शो किया, जोड़ा 1 नंबर पाइल का धागा देखो एक बार फिर ध्यान ना, 1 नंबर वार के उत्तों जा रहा, 1 नंबर वैफ्ट के उत्तों जा रहा, 2 नंबर वैफ्ट के 2 नंबर ग्राउंड का जोड़ा वैफ्ट है वो थल्लों जाके 2 नंबर ते 3 नंबर ग्राउंड के ये वाली पाइल साड़ी बनती पई है। उस तो बाद 3 नंबर ग्राउंड के नीचों जा रहा, 3 नंबर तो बाद 4 नंबर के उत्तों है, तो 5 नंबर ग्राउंड के उत्तों जा रहा, 5 नंबर ग्राउंड के उत्तों है, सॉरी 3 नंबर ग्राउंड ते फिर 1 नंबर ग्राउंड के उत्तों वैफ्ट के उत्तों वो जा रहा, क्योंकि इत्थे कटिंग नहीं होनी वायर की। यह देखो है, फिर 2 नंबर ग्राउंड के नीचे जाके फिर इत्थे पाइल का धागा साडा पाइल फॉर्मेशन करेगा, क्योंकि कटिंग इत्थे नहीं होनी। पाइल का धागा, पाइल का जिहड़ा धागा साडा 1 नंबर है वो 2 नंबर वायर ते रेज नहीं होगा, इट मीनस उत्ते कटिंग नहीं होगी, तो यह साडा सीधा ही फ्लोट आ जाएगा। 4 नंबर ते 1 नंबर इत्थे इकट्ठा ही ग्राउंड जिहड़ी पिक जिहड़ा फ्लोट है पाइल के धागे का इकट्ठा ही मिल जाएगा, इस करके यह लंबा फ्लोट इकट्ठा ही आ रहा है, क्योंकि इत्थे कटिंग नहीं होनी। कटिंग साडी फिर आके इत्थे ही होनी है, इस करके यह दोबारा तो यह वाली वर्किंग इस तरह की है साडी चलती रहेगी। सो यह साडा स्ट्रक्चर सी फ्लश स्ट्रक्चर, ठीक है। हुण साडी चौथी टाइप हैगी है रिवर्सेबल वार पाइल स्ट्रक्चर। रिवर्सेबल वार पाइल स्ट्रक्चर मीनस अगर तुसीं वेलवेट स्ट्रक्चर बनाना उसका उसनूं असीं किस तरह रिवर्सेबल मीनस कपड़े की दोनों साइड ते ब्रश लाइक फॉर्मेशन असीं किस तरह कर सकते हैं, वो है चौथी टाइप है तुहाडी। इस दे विच वो कह रहा है कि वार पाइल क्लोथ विच इज यूज्ड फॉर द हैंगिंग। अगर किसी कपड़े नूं ਅਸੀਂ ਵਾਰ ਪਾਈਲ ਕਲੋਥ ਜਿਹੜਾ ਅਸੀਂ ਇਸ ਦੇ ਦੁਆਰਾ ਹੀ ਕਪੜਾ ਜਿਹੜਾ ਪ੍ਰੋਡਿਊਸ ਕਰ ਰਹੇ ਹਾਂ ਵੈਲਵਟ ਦਾ, ਅਗਰ ਉਸ ਨੂੰ ਅਸੀਂ ਹੈਂਗਿੰਗ ਵਾਸਤੇ ਯੂਜ਼ ਕਰਨਾ ਤਾਂ ਸਮਟਾਈਮਸ ਮੇਡ ਵਿਦ ਅ ਕੱਟ ਪਾਈਲ ਔਨ ਬੋਥ ਸਾਈਡ। ਤਾਂ ਕਈ ਵਾਰੀ ਕੀ ਹੈ ਅਸੀਂ ਇਹ ਵਾਲਾ ਕਪੜਾ ਅਸੀਂ ਹੈਂਗਿੰਗ ਵਾਸਤੇ ਯੂਜ਼ ਕਰਦੇ ਹਾਂ ਤਾਂ ਉੱਥੇ ਸਾਨੂੰ ਕੀ ਹੈ ਇਹ ਕੱਟ ਪਾਈਲ ਦੋਨਾਂ ਸਾਈਡ ਤੇ ਚਾਹੀਦੀ ਹੁੰਦੀ। ਕੱਟ ਪਾਈਲ ਮੀਨਸ ਜਿਹੜੇ ਕੱਟੇ ਬ੍ਰਸ਼ ਹੁੰਦੇ ਹਨ ਉਹ ਸਾਨੂੰ ਕਪੜੇ ਦੀ ਦੋਨਾਂ ਸਾਈਡ ਤੇ ਚਾਹੀਦੇ ਹੁੰਦੇ ਨੇ। ਤੇ ਜਿਹੜੇ ਇਹ ਪਿਛਲੇ ਜਿਹੜੇ ਸਟਰਕਚਰ ਉਹਨੇ ਡਿਸਕਸ ਕਰਕੇ ਆਏ ਇਹਨਾਂ ਦੇ ਨਾਲ ਕੀ ਹੈ ਜਿਹੜਾ ਸਾਡਾ ਬ੍ਰਸ਼ ਲਾਈਕ ਸਰਫੇਸ ਜਿਹੜਾ बनता है वो कपड़े की एक साइड ते ही बनता है, बट इस मैथड दे नाल जिहड़ा साडा ब्रश लाइक सरफेस जिहड़ा वो कपड़े की दोनों साइड ते बनेगा। तो कई बार हुंदा कि असीं अगर कपड़े नूं हैंगिंग वास्ते यूज करना उत्थे सानूं की है ये ब्रश लाइक सरफेस कपड़े की दोनों साइड ते चाहिदा हुंदा है। इन दिस स्ट्रक्चर आफ्टर द इंसर्शन ऑफ ईच वायर an extra pick is introduced on which all the ground end are raised on alternate pile
एंड्स। ये तुहानू मैं जो डिजाइन होने तुसीं पहले डिजाइन डिस्कशन देख लो, उस तुसीं अगर डिजाइन समझोगे तो तुहानू ये वाला चीज़ ऑटोमैटिकली क्लीयर हो जानी है। इस डिजाइन दे विच की है, रेशो आई फिर उस तरह लीए एक ग्राउंड एक पाइल, एक ग्राउंड एक पाइल, एक ग्राउंड एक पाइल, एक ग्राउंड एक पाइल। वार साडी किस रेशो च है? एक 1:1, एक ग्राउंड का धागा ते एक पाइल का धागा। वेफ्ट रेशो किस तरह है? 3 ग्राउंड एक वायर, 3 ग्राउंड एक वायर। उस तो बाद तुसी जिहड़ा पहला ग्राउंड है वाला ते वायर तो बाद वाला ए वाला ग्राउंड, इसनूं हले फॉर द टाइमिंग ए समझ लो कि यह है ही नहीं। मैं लाइन लगा देना है 1 नंबर वेफ्ट ते 4 नंबर वेफ्ट ते, ठीक है। पिक्स ते साडे को 6 ही पै रही ग्राउंड दियां। असीं की कीता 1 नंबर वेफ्ट ते 4 नंबर वेफ्ट, इसनूं हले फॉर द टाइमिंग असीं कंसीडर कर लिया कि यह हले साडे डिजाइन च नहीं है। सानूं साडीआं ग्राउंड दी सिर्फ 2 ही पिक्स पै रही, ये ग्राउंड दी सिर्फ 2 ही पिक्स पै रही। हाले तुसीं यही समझ लो कि असीं 2 ग्राउंड 1 वायर की रेशो लै रहे हैं, ठीक है। एक्चुअल च असीं 3 ग्राउंड लेने, 3 ग्राउंड एक वायर, 3 ग्राउंड एक वायर, बट फॉर द टाइमिंग तुसीं हले यह अंडरस्टैंड कर लो कि 1 नंबर ग्राउंड की वेफ्ट नहीं गा ते 4 नंबर ग्राउंड का वेफ्ट नहीं गा। हुण असीं की करना है, जिथे जिथे साडे ग्राउंड के धागे ने उत्थे असीं प्लेन भी भर देनी है। किस तरह? जिस तरह असीं 1 नंबर ते 4 नंबर ग्राउंड असीं कंसीडर कर लिया कि यह साडे डिजाइन दे विच हले नहीं है। साडे कोल ग्राउंड के धागे 4 बचे ने, 1 2 3 ते 4। जिथे जिथे ग्राउंड के धागे है उत्थे उन्होंने ग्राउंड के वार दे नाल इंटरलेस करा के प्लेन वीव इंसर्ट कर देनी। जिस तरह ग्राउंड का पहला धागा आया 1 अप 1 डाउन 1 अप 1 डाउन। हाले असीं यह कंसीडर किया कि साडे कोल 1 नंबर ग्राउंड का वेफ्ट ते 4 नंबर ग्राउंड का वेफ्ट साडे डिजाइन च हले नहीं है। साडे कोल सिर्फ 2 ग्राउंड के धागे ने ते 2 उपर ने ते 2 नीचे ने, मीनस टोटल 4 ग्राउंड के धागे ने, 1 2 3 4। ते असीं ग्राउंड के धागा लैके उसकी प्लेन वीव भरनी है। 1 अप 1 डाउन 1 अप 1 डाउन, दूजा ग्राउंड का धागा 1 डाउन 1 अप 1 डाउन 1 अप। तीसरा ग्राउंड का धागा 1 अप 1 डाउन 1 अप 1 डाउन। चौथा ग्राउंड का धागा 1 डाउन 1 अप 1 डाउन 1 अप। यह तुसी ग्राउंड के धागे ते प्लेन वीव भर लेनी। प्लेन वीव भरन तो बाद उस तो बाद तुसी पाइल के धागिਆਂ ਨੂੰ वायर ਦੇ ਉੱਤੇ ਚੱਕਣਾ है इन अल्टरनेट मैनर ਦੇ ਵਿੱਚ, जिस तरह ਅਸੀਂ पिछले डिजाइन ਦੇ ਵਿੱਚ 3rd नंबर टाइप ਦੇ ਵਿੱਚ ਕੀਤਾ ਸੀ। ग्राउंड के धागिਆਂ ਨੂੰ वायर ਦੇ ਉੱਤੇ ਚੱਕਣਾ है, वायर नंबर 1 एंड वायर नंबर 2, दिस इज वायर नंबर 1 एंड दिस इज वायर नंबर 2। ਉਸ ਦੇ ਉੱਤੇ अल्टरनेट मैनर ਦੇ ਵਿੱਚ ਚੱਕਣਾ, जिस तरह ਅਸੀਂ प्रीवियस डिजाइन ਦੇ ਵਿੱਚ ਕੀਤਾ ਸੀ। ਇਹ ਪਾइल ਦਾ धागा है, इस ਨੂੰ वायर ਦੇ ਉੱਤੇ रेज करता, 1 नंबर वायर ते रेज करता, 2 नंबर वायर ते रेज नहीं किया। अगला पाइल का धागा असी 1 नंबर वायर ते रेज नहीं किया, 2 नंबर वायर ते रेज करता। तीजा पाइल का धागा असी 1 नंबर वायर ते रेज करता ते 2 नंबर वायर ते रेज नहीं किया। चौथा पाइल का धागा असी 1 नंबर वायर ते रेज नहीं किया ते 2 नंबर वायर ते रेज करता। इस तरह असी पाइल के धागिਆਂ ਦੀ रेजिंग वायर ਦੇ ਉੱਤੇ कर ਦਾਂਗੇ इन अल्टरनेट मैनर ਦੇ ਵਿੱਚ। ਉਸ ਤੋਂ ਬਾਅਦ ਜਦੋਂ ਤੁਸੀਂ ਪਾਇਲ ਦੇ ਧਾਗੇ ਦੀ ਵਾਇਰ ਦੇ ਉੱਤੇ ਰੇਜ਼ਿੰਗ ਕਰਤੀ, ਹੁਣ ਤੁਸੀਂ ਥਰਡ ਸਟੈਪ ਦੇ ਵਿੱਚ ਕੀ ਹੈ, ਹੁਣ ਤੁਸੀਂ ਗਰਾਊਂਡ ਨੰਬਰ, ਇਹ ਜਿਹੜਾ ਗਰਾਊਂਡ ਦਾ ਪਹਿਲਾ ਵੈਫਟ ਸੀ, ਗਰਾਊਂਡ ਨੰਬਰ, ਇਹ ਗਰਾਊਂਡ ਦਾ ਪਹਿਲਾ ਵੈਫਟ, ਇਹ 1 ਨੰਬਰ ਤੇ ਇਹ 4 ਨੰਬਰ। ਹੁਣ ਇਸ ਨੂੰ ਕੰਸੀਡਰ ਕਰਨਾ ਹੈ ਤੁਸੀਂ ਗਰਾਊਂਡ ਦੇ ਸਾਰੇ ਧਾਗੇ, ਗਰਾਊਂਡ ਦੇ ਵਾਰ ਜਿੰਨੇ ਵੀ ਗਰਾਊਂਡ ਦੇ ਧਾਗੇ ਨੇ ਉਸ ਨੂੰ 1 ਨੰਬਰ ਵੈਫਟ ਦੇ ਨਾਲ ਇੰਟਰਲੇਸ ਕਰਾ ਦੇਣਾ। ਇਹ ਦੇਖੋ ਪਹਿਲੇ ਅਸੀਂ ਕੰਸੀਡਰ ਇਹਨਾਂ ਨੂੰ ਬਾਹਰ ਕੱਢਤਾ, ਹੁਣ ਅਸੀਂ ਡਿਜ਼ਾਈਨ ਦੇ ਵਿੱਚ ਉਹਨੂੰ ਕੰਸੀਡਰ ਕਰਕੇ ਹੁਣ ਨਿਸ਼ਾਨ ਲਗਾਣੇ ਨੇ। 1 ਨੰਬਰ ਵਾਰ ਦੀ ਜਿਹੜੀ ਇੰਟਰਲੇਸਮੈਂਟ ਹੈ ਹੁਣ ਮੀਨਸ ਤੁਸੀਂ ਕਹਿ ਸਕਦੇ ਹੋ ਕਿ ਜਿੰਨੇ ਵੀ ਗਰਾਊਂਡ ਦੇ ਧਾਗੇ ਨੇ ਉਹ ਸਾਰਿਆਂ ਨੂੰ 1 ਨੰਬਰ ਵੈਫਟ ਤੇ 4 ਨੰਬਰ ਵੈਫਟ ਦੇ ਉੱਤੇ ਰੇਜ਼ ਕਰ ਦੇਣਾ। ਜਿੰਨੇ ਵੀ ਗਰਾਊਂਡ ਦੇ ਵਾਰ ਦੇ ਧਾਗੇ ਨੇ ਸਾਰਿਆਂ ਨੂੰ 1 ਨੰਬਰ ग्राउंड का वैफ्ट ते 4 नंबर ग्राउंड के वैफ्ट के नाल इंटरलेस करा देना। मींस ऑल ग्राउंड एंड आर रेज्ड ऑन फर्स्ट नंबर पिक एंड 4th नंबर पिक। सो यह जिहड़ा ग्राउंड का धागा है इसनूं हुण 1 नंबर ग्राउंड के उत्ते रेज कर देना ते 4 नंबर ग्राउंड के उत्ते रेज कर देना। 2 नंबर ग्राउंड का वार जिहड़ा हैगा उसनूं भी
ਇੱਥੇ ਵੀ ਰੇਜ਼ ਕਰ ਦੇਣਾ ਹੈ ਤੇ ਇੱਥੇ ਵੀ ਰੇਜ਼ ਕਰ ਦੇਣਾ ਹੈ। ਤੀਸਰਾ ਗਰਾਊਂਡ ਦਾ ਧਾਗਾ ਵੀ ਸੇਮ ਰੇਜ਼ਿੰਗ ਕਰ ਦੇਣੀ ਹੈ। ਚੌਥਾ ਧਾਗਾ ਵੀ ਸੇਮ ਰੇਜ਼ਿੰਗ ਕਰ ਦੇਣੀ, 1 ਨੰਬਰ ਤੇ 4 ਨੰਬਰ ਵੈਫਟ ਦੇ ਨਾਲ ਉਸਨੂੰ ਇੰਟਰਲੇਸ ਕਰਾ ਦੇਣਾ। ਇਹ ਜਿਹੜਾ ਅਸੀਂ 1 ਨੰਬਰ ਤੇ 4 ਨੰਬਰ ਵੈਫਟ ਹੈ, ਇਹ ਅਸੀਂ ਇੱਥੇ ਐਜ਼ ਏ ਕੰਸੀਡਰ ਸ਼ੋ ਕਰ ਰਹੇ ਹਾਂ ਕਿ ਜਿਹੜੀ 1 ਨੰਬਰ ਪੀਕ ਹੈ ਆਫਟਰ ਦਾ ਵਾਇਰ, ਜਿਹੜੀ 1 ਨੰਬਰ ਪੀਕ ਹੈ ਆਫਟਰ ਦਾ ਵਾਇਰ, ਇਹ ਵਾਇਰ ਉੱਤੇ ਪਈ ਹੈ। 2 ਨੰਬਰ ਵਾਇਰ ਤੋਂ ਬਾਅਦ ਇਹ ਪਿਕ ਗਰਾਊਂਡ ਦੀ ਇਨਸਰਟ ਹੋਈ ਤੇ ਇਹ 1 ਨੰਬਰ ਵਾਇਰ ਤੋਂ ਬਾਅਦ ਵੀ ਇਹ ਵਾਲੀ ਗਰਾਊਂਡ ਦੀ ਪਿਕ ਇਨਸਰਟ ਹੋਈ। ਜਿਹੜੀ ਹੈ ਵਾਇਰ ਤੋਂ ਬਾਅਦ ਜਿਹੜੀ ਅਗਲੀ ਪਿਕ ਅਸੀਂ ਕੱਪੜੇ 'ਚ ਇਨਸਰਟ ਕਰਦੇ ਪਏ, ਇਹਦੀ ਜਿਹੜੀ ਥਿਕਨੈਸ ਹੈ, ਇਹਦੀ ਜਿਹੜੀ ਮੋਟਾਈ ਹੈ, ਉਹ ਐਜ਼ ਕੰਪੇਅਰ ਟੂ ਅਦਰ ਟੂ ਗਰਾਊਂਡ ਐਂਡ ਨਾਲੋਂ ਜ਼ਿਆਦਾ ਹੈ। ਇਹ ਜਿਹੜਾ ਰੈੱਡ ਕਲਰ ਜਿਹੜਾ ਅਸੀਂ ਗਰਾਊਂਡ ਦੇ ਵਾਰਪ ਨੂੰ 1 ਨੰਬਰ ਵੈਫਟ ਦੇ ਨਾਲ ਤੇ 4 ਨੰਬਰ ਵੈਫਟ ਦੇ ਨਾਲ ਅਸੀਂ ਰੈੱਡ ਕਲਰ 'ਚ ਇੰਡੀਕੇਟ ਕੀਤਾ। ਹਰ ਇੱਕ ਗਰਾਊਂਡ ਨੂੰ ਅਸੀਂ 1 ਨੰਬਰ ਤੇ 4 ਨੰਬਰ ਵੈਫਟ ਦੇ ਉੱਤੇ ਰੇਜ਼ ਕਰਤਾ ਹੈ। ਇਹ ਜਿਹੜਾ ਰੈੱਡ ਕਲਰ ਇੰਡੀਕੇਟ ਕਰ ਰਿਹਾ ਹੈ ਕਿ ਆਫਟਰ ਦੀ ਇੰਸਰਸ਼ਨ ਆਫ ਈਚ ਵਾਇਰ, ਹਰ ਇੱਕ ਵਾਇਰ ਦੀ ਇੰਸਰਸ਼ਨ ਤੋਂ ਬਾਅਦ ਜਿਹੜੀ ਪਹਿਲੀ ਪਿਕ ਇੰਸਰਟ ਹੋ ਰਹੀ ਹੈ, ਇਹ ਵਾਲੀ ਹਰ ਇੱਕ ਵਾਇਰ ਤੋਂ ਬਾਅਦ ਜਿਹੜੀ ਇਹ ਪਹਿਲੀ ਪਿਕ ਇੰਸਰਟ ਹੋ ਰਹੀ ਹੈ, ਇਹ ਵਾਲੀ, ਇਹ ਥਿਕ ਹੈ ਐਜ਼ ਕੰਪੇਅਰ ਟੂ ਅਦਰ ਟੂ ਗਰਾਊਂਡ ਵੈਫਟ। ਇਹ ਜਿਹੜਾ ਮੰਨ ਲਓ ਇਹ ਗਰਾਊਂਡ ਵੈਫਟ ਹੈਗੇ ਨੇ ਦੋ, ਇਹ ਸੇਮ ਕਾਊਂਟ ਦੇ ਨੇ, ਇਹ ਮੰਨ ਲਓ ਫਾਈਨ ਹੈਗੇ ਨੇ, ਮੰਨ ਲਓ ਇਹ 60 ਕਾਊਂਟ ਦੇ ਨੇ, ਪਰ ਜਿਹੜਾ ਇਹ ਜਿਹੜਾ 4 ਨੰਬਰ ਵੈਫਟ ਹੈ ਤੇ 1 ਨੰਬਰ ਵੈਫਟ ਹੈ, ਇਸ ਦੀ ਜਿਹੜੀ ਮੋਟਾਈ ਹੈ ਮੰਨ ਲਓ ਇਹ 20 ਕਾਊਂਟ ਦਾ। 1 ਨੰਬਰ ਤੇ 4 ਨੰਬਰ ਵੈਫਟ ਫੋਰ ਐਗਜ਼ਾਮਪਲ 20 ਕਾਊਂਟ ਦਾ ਹੈ ਮੋਟਾਈ 'ਚ। ਇਹ ਮੋਟਾ ਧਾਗਾ ਹੈਗਾ ਜਿਹੜਾ ਇਹ ਆਫਟਰ ਦੀ ਇੰਸਰਸ਼ਨ ਆਫ ਈਚ ਵਾਇਰ ਜਿਹੜੀ ਪਹਿਲੀ ਪਿਕ ਪੰਦੀ ਪਈ ਹੈ, ਉਹ ਮੋਟੀ ਹੈ ਐਜ਼ ਕੰਪੇਅਰ ਟੂ ਅਦਰ ਟੂ ਗਰਾਊਂਡ ਐਂਡ। ਜਿਹੜੀਆਂ ਅਗਲੀਆਂ ਦੋ ਪਿੱਕਾਂ ਪੈ ਰਹੀਆਂ ਉਹਦੇ ਨਾਲੋਂ ਇਹ ਜਿਹੜੇ 1 ਨੰਬਰ ਤੇ 4 ਨੰਬਰ ਵੈਫਟ ਦੀ ਜਿਹੜੀ ਮੋਟਾਈ ਹੈ ਉਹ ਜ਼ਿਆਦਾ ਹੈ। ਠੀਕ ਹੈ, ਹੁਣ ਅਸੀਂ ਫਸਟ ਸਟੈਪ ਦੇ ਵਿੱਚ ਕੀ ਕੀਤਾ, ਗਰਾਊਂਡ ਦੇ ਧਾਗੇ ਦੇ 1 ਨੰਬਰ ਤੇ 4 ਨੰਬਰ ਵੈਫਟ ਨੂੰ ਅਸੀਂ ਡਿਜ਼ਾਈਨ 'ਚ ਕੰਸੀਡਰ ਨਹੀਂ ਕੀਤਾ ਕਿ ਇਹਦੀ ਕੋਈ ਪਿਕਸ ਪੈ ਰਹੀ ਹੈ। ਬਾਕੀ ਜਿਹੜੇ 4 ਗਰਾਊਂਡ ਦੇ ਵੈਫਟ ਨੇ ਹਰ ਇੱਕ ਗਰਾਊਂਡ ਵਾਰਪ ਦੇ ਨਾਲ ਮਿਲ ਕੇ ਉੱਥੇ ਪਲੇਨ ਵੀਵ ਇਨਸਰਟ ਕਰਤੀ ਹੈ। ਦੂਸਰੇ ਸਟੈਪ ਦੇ ਵਿੱਚ ਅਸੀਂ ਹਰ ਇੱਕ ਪਾਇਲ ਦੇ ਧਾਗੇ ਨੂੰ ਵਾਇਰ ਦੇ ਉੱਤੇ ਚੱਕਤਾ ਇਨ ਆਲਟਰਨੇਟ ਮੈਨਰ ਦੇ ਵਿੱਚ, ਇਹ ਦੇਖੋ ਆਲਟਰਨੇਟ ਮੈਨਰ ਦੇ ਵਿੱਚ ਲਿਫਟ ਕਰਤਾ ਹੈ। ਥਰਡ ਸਟੈਪ ਦੇ ਵਿੱਚ ਅਸੀਂ ਹਰ ਇੱਕ ਗਰਾਊਂਡ ਦੇ ਧਾਗੇ ਨੂੰ ਪਹਿਲੀ ਤੇ 1 ਨੰਬਰ ਵੈਫਟ ਤੇ 4 ਨੰਬਰ ਵੈਫਟ ਦੇ ਉੱਤੇ ਰੇਜ਼ਿੰਗ ਕਰਤੀ ਹੈ। ਇਹ ਇੰਡੀਕੇਟ ਕਰਦਾ ਪਿਆ ਹੈ ਕਿ ਹਰ ਇੱਕ ਵਾਇਰ ਤੋਂ ਬਾਅਦ ਜਿਹੜੀ 1 ਨੰਬਰ ਤੇ 4 ਨੰਬਰ ਪਿਕ ਪੈ ਰਹੀ ਹੈ, ਉਸ ਦੀ ਮੋਟਾਈ, ਉਸ ਦੇ ਧਾਗੇ ਦੀ ਥਿਕਨੈਸ ਜ਼ਿਆਦਾ ਹੈ ਐਜ਼ ਕੰਪੇਅਰ ਟੂ ਅਦਰ ਟੂ ਗਰਾਊਂਡ ਐਂਡ। ਇਹ ਜਿਹੜੇ ਅਗਲੇ ਇਹ ਜਿਹੜਾ ਅਗਲੇ ਇਹ ਜਿਹੜੇ ਦੋ ਗਰਾਊਂਡ ਐਂਡ ਨੇ, ਇਹ ਦੋ ਗਰਾਊਂਡ ਵੈਫਟ ਹੈਗੇ ਨੇ, ਇਹ ਵਾਲੇ, ਇਹਨਾਂ ਦਾ ਕਾਊਂਟ ਸੇਮ ਹੈ, ਬਟ ਜਿਹੜਾ 1 ਨੰਬਰ ਤੇ 4 ਨੰਬਰ ਜਿਹੜਾ ਸਾਡੇ ਕੋਲ ਵੈਫਟ ਹੈਗਾ ਉਹਨਾਂ ਦਾ ਕਾਊਂਟ ਅਲੱਗ ਹੈ, ਉਹ ਮੋਟਾਈ 'ਚ ਨੇ। ਇਹ ਫੋਰ ਐਗਜ਼ਾਮਪਲ 1 ਨੰਬਰ ਤੇ 4 ਨੰਬਰ ਜਿਹੜਾ ਸਾਡੇ ਕੋਲ ਵੈਫਟ ਹੈਗਾ ਉਹ 20 ਕਾਊਂਟ ਦਾ ਹੈ, ਤੇ ਜਿਹੜਾ ਸਾਡੇ ਕੋਲ ਅਗਲੇ 2 ਨੰਬਰ 3 ਨੰਬਰ ਤੇ ਇਹ ਵਾਲੇ ਅਗਲੇ ਦੋ ਜਿਹੜੇ ਵੈਫਟ ਹੈਗੇ ਨੇ, ਇਹ ਇਹਨਾਂ ਦੀ ਜਿਹੜੀ ਸਾਡੇ ਕਾਊਂਟ ਹੈਗਾ ਉਹ ਮੰਨ ਲਓ ਸਪੋਜ਼ ਫੋਰ ਐਗਜ਼ਾਮਪਲ 60 ਕਾਊਂਟ ਦਾ। ਸੋ ਇਹਨਾਂ ਦੋ ਵੈਫਟ ਦਾ ਕਾਊਂਟ ਸੇਮ ਹੈ, ਬਟ ਜਿਹੜਾ 1 ਨੰਬਰ ਤੇ 4 ਨੰਬਰ ਵੈਫਟ ਹੈ, ਇਸ ਵੈਫਟ ਦੀ ਜਿਹੜੀ ਮੋਟਾਈ ਹੈ ਉਹ ਬਾਕੀ ਦੋ ਗਰਾਊਂਡ ਦੇ ਵੈਫਟ ਨਾਲੋਂ ਜ਼ਿਆਦਾ ਹੈ। ਤੇ ਇਹ ਜਿਹੜਾ ਵੈਫਟ ਹੈ ਹਰ ਇੱਕ ਵਾਇਰ ਇੰਸਰਸ਼ਨ, ਜਦੋਂ ਵਾਇਰ ਇੰਸਰਟ ਹੋ ਜਾਂਦੀ ਉਸ ਤੋਂ ਬਾਅਦ ਜਿਹੜਾ ਪਹਿਲੀ ਗਰਾਊਂਡ ਦੀ ਪਿਕ ਪੰਦੀ ਉਹ ਮੋਟੀ ਪਿਕ ਪੰਦੀ ਹੈ। ਠੀਕ ਹੈ, ਸੋ 1 ਨੰਬਰ ਤੇ 4 ਨੰਬਰ ਜਿਹੜੀ ਵੈਫਟ ਦੀ ਜਿਹੜੀ ਪਿਕ ਪੈ ਰਹੀ ਹੈ ਉਹ ਮੋਟੀ ਹੈ। ਇਹ ਰੈੱਡ ਕਲਰ ਦੇ ਨਾਲ ਅਸੀਂ ਇਹਨੂੰ ਇੰਡੀਕੇਟ ਕਰਤਾ। ਤੇ ਨਾਲ ਹੀ ਇੱਕ ਚੀਜ਼ ਹੋਰ ਨੋਟ ਕਰੋ ਕਿ ਪਾਇਲ ਦੇ ਧਾਗੇ ਨੂੰ ਵੀ ਇਸ ਗਰਾਊਂਡ ਪਿਕ ਤੇ ਅਲਟਰਨੇਟ ਮੈਨਰ ਦੇ ਵਿੱਚ ਰੇਜ਼ ਕਰਨਾ ਹੈ। ਇਹ ਪਾਇਲ ਦਾ ਧਾਗਾ ਇੱਥੇ ਵੀ ਰੇਜ਼ ਕਰਨਾ ਹੈ ਅਲਟਰਨੇਟ ਮੈਨਰ 'ਚ, ਇੱਥੇ ਵੀ ਰੇਜ਼ ਕਰਨਾ ਹੈ ਅਲਟਰਨੇਟ ਮੈਨਰ 'ਚ। ਇੱਥੇ ਵੀ ਰੇਜ਼ ਕਰਨਾ ਹੈ ਤੇ ਇੱਥੇ ਵੀ ਰੇਜ਼ ਕਰਨਾ ਹੈ। ਕੀਤਾ ਕੀ ਹੈ, ਗਰਾਊਂਡ ਦੇ ਜਿੰਨੇ ਧਾਗੇ ਨੇ ਉਸ ਨੂੰ 1 ਨੰਬਰ ਤੇ 4 ਨੰਬਰ ਵੈਫਟ ਦੇ ਉੱਤੇ ਰੇਜ਼ ਕਰਤਾ ਹੈ। ਉਸ ਦੇ ਨਾਲ ਹੀ ਜਿਹੜਾ ਪਾਇਲ ਦਾ ਧਾਗਾ ਹੈ ਉਸ ਨੂੰ ਵੀ ਉਸ 1 ਨੰਬਰ ਤੇ 4 ਨੰਬਰ ਵੈਫਟ ਦੇ ਉੱਤੇ ਅਲਟਰਨੇਟ ਮੈਨਰ ਦੇ ਵਿੱਚ ਰੇਜ਼ ਕਰਤਾ ਹੈ। ਇਹ ਪਾਇਲ ਦਾ ਧਾਗਾ ਵੀ ਇਸ ਪਿਕ ਤੇ ਇੱਥੇ ਅਪ ਹੋਏਗਾ, ਫਿਰ ਇੱਥੇ ਅਪ ਹੋਏਗਾ, ਫਿਰ ਇੱਥੇ ਅਪ ਹੋਏਗਾ, ਫਿਰ ਇੱਥੇ ਅਪ ਹੋਏਗਾ। ਜਦੋਂ ਅਸੀਂ ਇਹ ਵਾਲਾ ਸਟੈਪ ਕਰ ਲਿਆ, ਹੁਣ ਉਸ ਤੋਂ ਬਾਅਦ ਵਾਲਾ 5ਵਾਂ ਸਟੈਪ ਹੈਗਾ ਕਿ ਅਸੀਂ ਸਟਿਚਿੰਗ ਇੱਕ ਐਕਸਟਰਾ ਇਨਕਰੀਜ਼ ਕਰਨੀ ਹੈ, ਇੰਟਰਲੇਸਮੈਂਟ ਵਧਾਉਣੀ ਹੈ। ਤਾਂ ਅਸੀਂ ਹਰ ਇੱਕ ਇਹ ਪਾਇਲ ਦਾ ਧਾਗਾ ਜਿਹੜਾ ਗਰਾਊਂਡ ਤੇ ਚੱਕਿਆ ਸੀ ਉਸ ਦੇ ਥੱਲੇ ਅਸੀਂ ਇਹ ਇੱਕ ਬਾਈਂਡਿੰਗ ਪੁਆਇੰਟ ਲਗਾਤਾ, ਇੱਥੇ ਅਪ ਕਰਤਾ, ਡਾਊਨ ਅਪ। ਅਗਲਾ ਪੁਆਇੰਟ ਇੱਥੋਂ ਹੈ, ਪਾਇਲ ਦਾ ਧਾਗਾ ਵਾਇਰ ਤੇ ਇੱਥੇ ਚੱਕਿਆ ਸੀ, ਇੱਥੇ ਅਪ ਡਾਊਨ
ਅਪ ਡਾਊਨ ਅਪ ਡਾਊਨ। ਅਗਲਾ ਪਾਇਲ ਦਾ ਧਾਗਾ ਵਾਇਰ ਤੇ ਇੱਥੇ ਹੈਗਾ, ਅਪ ਡਾਊਨ ਅਪ ਡਾਊਨ। ਉਸ ਤੋਂ ਬਾਅਦ ਕੀ ਹੈ, ਚੌਥਾ ਪਾਇਲ ਦਾ ਧਾਗਾ ਇੱਥੇ ਵਾਇਰ ਦੇ ਉੱਤੇ ਚੱਕਿਆ ਸੀ, ਵਾਇਰ ਨੂੰ ਛੱਡਣਾ ਹੈ, ਅਪ ਡਾਊਨ ਅਪ ਡਾਊਨ। ਹੁਣ ਜਦੋਂ ਇਸ ਤਰ੍ਹਾਂ ਸਾਡਾ ਕੱਪੜਾ ਸਾਰਾ ਬਣ ਜਾਏਗਾ, ਜਿਸ ਤਰ੍ਹਾਂ ਕੀ ਹੈ ਤੁਹਾਨੂੰ ਮੈਂ ਆਲਰੇਡੀ ਦੱਸਿਆ ਸੀ ਕਿ ਕੱਪੜੇ ਦੇ ਵਿੱਚ, ਇਸ ਕੱਪੜੇ ਨੂੰ ਬਣਾਉਣ ਲਈ ਅਸੀਂ ਕੱਪੜੇ ਦੇ ਵਿੱਚ ਵਾਇਰ ਇਨਸਰਟ ਕਰਦੇ ਹਾਂ, ਉਸ ਵਾਇਰ ਦੇ ਉੱਤੇ ਪਾਇਲ ਦਾ ਧਾਗਾ ਰੇਜ਼ ਹੁੰਦਾ ਹੈ। ਵਾਇਰ ਜੇ ਕੱਪੜੇ ਦੇ ਅੰਦਰ ਜਾਂਦੀ ਹੈ ਤੇ ਨਾਲ ਹੀ ਬਾਹਰ ਆ ਜਾਂਦੀ ਹੈ, ਇਸ ਕਰਕੇ ਉਸ ਨੂੰ ਜਿਹੜੀ W ਵਾਇਰ ਹੈ ਉਸ ਨੂੰ ਅਸੀਂ ਐਜ਼ ਏ ਪਿਕ ਕੰਸੀਡਰ ਨਹੀਂ ਕਰਦੇ। ਹੁਣ ਇਸ 'ਚ ਇੱਕ ਗੱਲ ਦੱਸੀ ਸੀ ਕਿ ਵਾਇਰ ਤੋਂ ਬਾਅਦ ਜਿਹੜੀ ਪਹਿਲੀ ਪਿਕ ਇਨਸਰਟ ਹੋ ਰਹੀ ਹੈ 1 ਨੰਬਰ ਤੇ 4 ਨੰਬਰ, ਉਸ ਦੀ ਜਿਹੜੀ ਥਿਕਨੈਸ ਹੈ, ਉਸ ਦੀ ਜਿਹੜੀ ਮੋਟਾਈ ਹੈ ਐਜ਼ ਕੰਪੇਅਰ ਟੂ ਬਾਕੀ ਦੋ ਗਰਾਊਂਡ ਵੈਫਟ ਨਾਲੋਂ ਜ਼ਿਆਦਾ ਹੈ। ਤਾਂ ਜਦੋਂ ਕੀ ਹੈ ਅਸੀਂ ਸਾਰੇ ਗਰਾਊਂਡ ਦੇ ਧਾਗੇ ਉਰ ਤੇ ਚੱਕਤੇ, ਗਰਾਊਂਡ ਦੇ ਧਾਗੇ 1 ਨੰਬਰ ਤੇ 4 ਨੰਬਰ ਪਿਕ ਦੇ ਉੱਤੇ ਚੱਕਤੇ, ਤੇ ਪਾਇਲ ਦਾ ਧਾਗਾ ਵੀ 1 ਨੰਬਰ ਤੇ 4 ਨੰਬਰ ਗਰਾਊਂਡ ਦੇ ਉੱਤੇ ਇਨ ਅਲਟਰਨੇਟ ਮੈਨਰ ਦੇ ਵਿੱਚ ਚੱਕਤਾ। ਉਸ ਤੋਂ ਬਾਅਦ ਕੀ ਜਦੋਂ ਸਾਡਾ ਕੱਪੜਾ ਬਣ ਜਾਂਦਾ ਤਾਂ ਅਸੀਂ ਇਹ ਜਿਸ ਤਰ੍ਹਾਂ ਵਾਇਰ ਕੱਪੜੇ ਚੋਂ ਨਿਕਲ ਜਾਂਦੀ ਸੀ ਉਸੇ ਤਰ੍ਹਾਂ ਹੀ ਅਸੀਂ 1 ਨੰਬਰ ਤੇ 4 ਨੰਬਰ ਪਿਕ ਨੂੰ ਕੱਪੜੇ ਚੋਂ ਕੱਢ ਦੇਣਾ ਹੈ। ਜਿਸ ਕਰਕੇ ਮੈਂ ਤੁਹਾਨੂੰ ਸ਼ੁਰੂ ਤੋਂ ਕਹੀ ਇਹਨੂੰ ਹਲੇ ਕੰਸੀਡਰ ਨਹੀਂ ਕਰਨਾ। ਅਸੀਂ ਕੀ ਹੈ ਕੱਪੜਾ ਬਣਨ ਤੋਂ ਬਾਅਦ 1 ਨੰਬਰ ਤੇ 4 ਨੰਬਰ ਜਿਹੜਾ ਮੋਟਾ ਧਾਗਾ ਹੈ ਜਿਹੜਾ ਅਸੀਂ ਕੱਪੜੇ ਵਿੱਚ ਐਜ਼ ਏ ਵੈਫਟ ਇਨਸਰਟ ਕੀਤਾ ਹੈ, ਜੋ ਕਿ ਰੈੱਡ ਕਲਰ ਨਾਲ ਇੰਡੀਕੇਟ ਕੀਤਾ ਗਿਆ, ਕੱਪੜਾ ਬਣਨ ਤੋਂ ਬਾਅਦ ਅਸੀਂ 1 ਨੰਬਰ ਤੇ 4 ਨੰਬਰ ਪਿਕ ਨੂੰ ਕੱਪੜੇ ਚੋਂ ਕੱਢ ਦਿੰਦੇ ਹਾਂ। ਜਦੋਂ ਅਸੀਂ ਇਸ 1 ਨੰਬਰ ਤੇ 4 ਨੰਬਰ ਪਿਕ ਨੂੰ ਕੱਪੜੇ ਚੋਂ ਕੱਢਦੇ ਹਾਂ, ਉਸ ਦੇ ਨਾਲ ਕੀ ਹੁੰਦਾ ਹੈ ਕਿ ਜਿਹੜੇ ਸਾਡੇ ਅੱਧੇ ਬ੍ਰਸ਼ ਨੇ ਉਹ ਕੱਪੜੇ ਦੇ ਸਰਫੇਸ ਦੇ ਉੱਤੇ ਰਹਿ ਜਾਂਦੇ ਨੇ, ਤੇ ਜਿਹੜੇ ਅੱਧੇ ਬ੍ਰਸ਼ ਨੇ ਉਹ ਕੱਪੜੇ ਦੀ ਬੈਕ ਸਾਈਡ ਤੇ ਟ੍ਰਾਂਸਫਰ ਹੋ ਜਾਂਦੇ ਨੇ। ਤੇ ਇਸ ਤਰ੍ਹਾਂ ਸਾਡਾ ਜਿਹੜਾ ਸਾਨੂੰ ਡਬਲ ਫੇਸ ਜਾਂ ਯੂ ਕੈਨ ਸੇ ਰਿਵਰਸਿਬਲ ਵਾਰ ਪਾਇਲ ਜਾਂ ਵੈਲਵੇਟ ਸਟਰਕਚਰ ਸਾਨੂੰ ਮਿਲਦਾ ਹੈ। ਮੈਂ ਸਾਰਾ ਸਟੈਪ ਇੱਕ ਵਾਰੀ ਫਿਰ ਤੋਂ ਰਿਪੀਟ ਕਰਾਂਗਾ। ਫਸਟ ਆਫ ਆਲ ਅਸੀਂ ਗ੍ਰਾਫ ਦੇ ਵਿੱਚ ਜਿਹੜਾ ਵਾਰ ਪੈਟਰਨ ਲਿਆ ਉਹ ਗਰਾਊਂਡ ਪਾਇਲ ਗਰਾਊਂਡ ਪਾਇਲ ਗਰਾਊਂਡ ਪਾਇਲ, ਵੈਫਟ ਵਾਈਜ਼ ਅਸੀਂ 3 ਗਰਾਊਂਡ 1 ਵਾਇਰ 3 ਗਰਾਊਂਡ 1 ਵਾਇਰ, ਗਰਾਊਂਡ ਤੇ ਵੈਫਟ 3 ਹੈ, ਉਸ ਤੋਂ ਬਾਅਦ ਇੱਕ ਵਾਇਰ ਹੈ, ਫਿਰ ਗਰਾਊਂਡ ਤੇ ਵੈਫਟ 3 ਹੈ, ਫਿਰ ਇੱਕ ਵਾਇਰ ਹੈ। ਜਿਹੜਾ 1 ਨੰਬਰ ਤੇ 4 ਨੰਬਰ ਜਿਹੜਾ ਵੈਫਟ ਹੈਗਾ ਉਸ ਦੀ ਮੋਟਾਈ ਜ਼ਿਆਦਾ, ਉਹ ਥਿੱਕਰ ਯਾਨ ਹੈ, ਪਰ ਜਿਹੜਾ ਸਾਡਾ 2 ਨੰਬਰ ਤੇ 3 ਨੰਬਰ ਜਿਹੜਾ ਵੈਫਟ ਹੈ, ਜਿਹੜੇ ਬਾਕੀ ਦੋ ਵੈਫਟ ਵੱਜ ਜਾਂਦੇ ਨੇ, ਉਹਨਾਂ ਦੀ ਜਿਹੜੀ ਥਿਕਨੈਸ ਹੈ ਐਜ਼ ਕੰਪੇਅਰ ਟੂ 1 ਨੰਬਰ ਤੇ 4 ਨੰਬਰ ਵੈਫਟ ਨਾਲੋਂ ਘੱਟ, ਉਹ ਸਾਡੇ ਧਾਗੇ ਇਹ ਵਾਲੇ ਫਾਈਨ ਹੈਗੇ ਨੇ। ਅਸੀਂ ਕੀ ਹੈ ਜਿੰਨੇ ਗਰਾਊਂਡ ਦੇ ਧਾਗੇ ਨੇ ਇਸ 1 ਨੰਬਰ ਤੇ 4 ਨੰਬਰ ਨੂੰ ਛੱਡ ਕੇ ਬਾਕੀ ਦੋ ਗਰਾਊਂਡ, ਬਾਕੀ ਜਿਹੜੇ 4 ਧਾਗੇ ਗਰਾਊਂਡ ਦੇ ਨੇ ਉਹਨਾਂ 'ਚ ਅਸੀਂ ਪਲੇਨ ਵੀ ਭਰ ਦੇਣੀ ਹੈ। ਪਲੇਨ ਵੀ ਭਰਨ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਪਾਇਲ ਦੇ ਧਾਗਿਆਂ ਨੂੰ ਵਾਇਰ ਦੇ ਉੱਤੇ ਚੱਕ ਦੇਣਾ ਇਨ ਅਲਟਰਨੇਟ ਮੈਨਰ ਦੇ ਵਿੱਚ, ਇਸ ਤਰ੍ਹਾਂ। ਪਾਇਲ ਦੇ ਧਾਗਿਆਂ ਨੂੰ ਅਲਟਰਨੇਟ ਮੈਨਰ ਦੇ ਵਿੱਚ ਵਾਇਰ ਦੇ ਉੱਤੇ ਚੱਕ ਦੇਣਾ। ਥਰਡ ਸਟੈਪ ਦੇ ਵਿੱਚ ਤੁਸੀਂ 1 ਨੰਬਰ ਤੇ 4 ਨੰਬਰ ਵੈਫਟ ਨੂੰ ਕੰਸੀਡਰ ਕਰਨਾ, ਤੇ ਜਿੰਨੇ ਵੀ ਗਰਾਊਂਡ ਦੇ ਵਾਰਪ ਹੈਗਾ, ਜਿੰਨਾ ਵੀ ਗਰਾਊਂਡ ਦੇ ਐਂਡ ਹੈਗੇ ਨੇ, ਉਸ ਨੂੰ 1 ਨੰਬਰ ਤੇ 4 ਨੰਬਰ ਵੈਫਟ ਦੇ ਉੱਤੇ ਰੇਜ਼ ਕਰ ਦੇਣਾ। ਫਿਲਿੰਗ ਇੰਡੀਕੇਟ ਵਾਰਪ ਅਪ ਸਾਡਾ ਬੇਸਿਕ ਪ੍ਰਿੰਸੀਪਲ ਉਹੀ ਆ। ਹਰ ਇੱਕ ਗਰਾਊਂਡ, ਜਿੰਨਾ ਵੀ ਗਰਾਊਂਡ ਦੇ ਵਾਰਪ ਹੈਗੇ ਨੇ ਉਸ ਨੂੰ 1 ਨੰਬਰ ਤੇ 4 ਨੰਬਰ ਵੈਫਟ ਦੇ ਨਾਲ ਇੰਟਰਲੇਸ ਕਰਾ ਦੇਣਾ। ਹੁਣ ਕੰਸੀਡਰ ਕਰਨਾ ਇਹ ਅਸੀਂ ਰੈੱਡ ਕਲਰ ਦੇ ਨਾਲ ਲਿਫਟ ਕਰਤੇ, ਜਿੰਨੇ ਵੀ ਗਰਾਊਂਡ ਦੇ ਵਾਰਪ ਹੈਗੇ ਨੇ ਉਸ ਨੂੰ 1 ਨੰਬਰ 4 ਨੰਬਰ ਵੈਫਟ ਦੇ ਉੱਤੇ ਰੇਜ਼ ਕਰਤਾ। ਰੇਜ਼ ਕਰਨ ਤੋਂ ਬਾਅਦ ਚੌਥਾ ਸਟੈਪ ਕੀ ਹੈ, ਪਾਇਲ ਦੇ ਧਾਗਿਆਂ ਨੂੰ ਵੀ ਤੁਸੀਂ 1 ਨੰਬਰ ਤੇ 4 ਨੰਬਰ ਵੈਫਟ ਦੇ ਉੱਤੇ ਰੇਜ਼ ਕਰਨਾ ਇਨ ਅਲਟਰਨੇਟ ਮੈਨਰ ਦੇ ਵਿੱਚ। ਇਹ ਪਾਇਲ ਦਾ ਧਾਗਾ ਇੱਕ ਇੱਥੇ ਚੱਕਤਾ, ਫਿਰ ਅਗਲੇ 4 ਨੰਬਰ ਤੇ, ਫਿਰ 1 ਨੰਬਰ ਤੇ, ਫਿਰ 4 ਨੰਬਰ ਤੇ। ਇਹ 4 ਸਟੈਪ ਤੋਂ ਬਾਅਦ 5ਵੇਂ ਸਟੈਪ ਤੇ ਤੁਸੀਂ ਕੀ ਹੈ ਸਟਿਚਿੰਗ ਇੱਕ ਇਨਕਰੀਜ਼ ਕਰਨੀ ਹੈ। ਜਿੱਥੇ ਜਿੱਥੇ ਪਾਇਲ ਦਾ ਧਾਗਾ ਤੁਸੀਂ ਗਰਾਊਂਡ ਤੇ ਚੱਕਿਆ ਦਾ ਉਹਦੇ ਥੱਲੇ ਇੱਕ ਸਟਿਚਿੰਗ ਲਾ ਦੇਣੀ। ਇੱਕ ਸਟਿਚਿੰਗ ਇੱਥੇ ਅਪ ਡਾਊਨ ਅਪ ਡਾਊਨ। 1 ਨੰਬਰ ਤੇ 4 ਨੰਬਰ ਨੂੰ ਕੰਸੀਡਰ ਨਹੀਂ ਕਰਨਾ, ਅਪ ਡਾਊਨ ਅਪ ਡਾਊਨ। ਅਗਲਾ ਪਾਇਲ ਦਾ ਧਾਗਾ ਵਾਇਰ ਦੇ ਉੱਤੇ ਇੱਥੇ ਅਪ ਸੀ, ਅਪ ਡਾਊਨ ਅਪ ਡਾਊਨ। 1 ਨੰਬਰ ਤੇ 4 ਨੰਬਰ ਧਾਗੇ ਨੂੰ ਕੰਸੀਡਰ ਨਹੀਂ ਕਰਨਾ ਤੇ ਵਾਇਰ ਤੇ ਵੈਸੇ ਹੀ ਨਹੀਂ ਕੰਸੀਡਰ ਹੋਣੀ। ਫਿਰ ਉਸ ਤੋਂ ਬਾਅਦ ਅਗਲਾ ਪਾਇਲ ਦਾ ਧਾਗਾ 3 ਨੰਬਰ ਇਸ ਵਾਇਰ ਦੇ ਉੱਤੇ ਅਪ ਹੈਗਾ, ਅਪ ਡਾਊਨ ਅਪ ਡਾਊਨ। ਅਗਲਾ 4 ਨੰਬਰ ਪਾਇਲ ਦਾ ਧਾਗਾ 2 ਨੰਬਰ ਵਾਇਰ ਤੇ ਅਪ ਹੈਗਾ, ਅਪ ਡਾਊਨ ਅਪ ਡਾਊਨ। ਸੋ ਇਸ ਤਰ੍ਹਾਂ ਜਦੋਂ ਕੱਪੜਾ ਬਣ ਜਾਏਗਾ, ਕੱਪੜਾ ਬਣਨ ਤੋਂ ਬਾਅਦ ਕੀ ਹੈ ਅਸੀਂ ਕੱਪੜੇ ਦੇ ਵਿੱਚੋਂ ਜਿਸ ਤਰ੍ਹਾਂ ਇਹ ਵਾਇਰ ਬਾਹਰ ਨਿਕਲ ਜਾਂਦੀ ਸੀ ਅਸੀਂ ਇਸ ਨੂੰ ਪਿਕ ਕੰਸੀਡਰ ਨਹੀਂ ਕਰਦੇ ਸੀ, ਉਸੇ ਤਰ੍ਹਾਂ ਹੀ ਜਿਹੜਾ 1 ਨੰਬਰ ਵੈਫਟ
ਜੋ ਕਿ ਸਾਡਾ ਮੋਟਾ ਧਾਗਾ ਹੈਗਾ ਤੇ 4 ਨੰਬਰ ਵੈਟ ਕੱਪੜਾ ਬਣਨ ਤੋਂ ਬਾਅਦ ਅਸੀਂ 1 ਨੰਬਰ ਤੇ 4 ਨੰਬਰ ਵੈਟ ਨੂੰ ਅਸੀਂ ਕੱਪੜੇ ਚੋਂ ਬਾਹਰ ਨਿਕਾਲ ਦਿੰਦੇ ਹਾਂ। ਜਦੋਂ ਅਸੀਂ ਉਸ ਨੂੰ ਕੱਪੜੇ ਚੋਂ ਬਾਹਰ ਨਿਕਾਲਦੇ ਹਾਂ ਤਾਂ ਉਸ ਦੇ ਨਾਲ ਕੀ ਹੁੰਦਾ ਹੈ, ਜਿਹੜੇ ਕੱਪੜੇ ਦੇ ਸਰਫੇਸ ਤੇ ਜਿਹੜੇ ਬ੍ਰਸ਼ ਲਾਈਕ ਸਰਫੇਸ ਹੁੰਦਾ, ਅੱਧੇ ਧਾਗੇ ਕੀ ਹੈ ਕੱਪੜੇ ਦੇ ਸਰਫੇਸ ਦੇ ਉੱਤੇ ਰਹਿ ਜਾਂਦੇ ਤੇ ਇਸ ਮੋਟੇ ਧਾਗੇ ਦੇ ਖਿੱਚਣ ਦੇ ਕਾਰਨ ਜਿਹੜੇ ਅੱਧੇ ਵਿੱਚ ਸਾਡੇ ਜਿਹੜੇ ਧਾਗੇ ਨੇ ਉਹ ਕੱਪੜੇ ਦੀ ਬੈਕ ਸਾਈਡ ਤੇ ਟ੍ਰਾਂਸਫਰ ਹੋ ਜਾਂਦੇ ਨੇ। ਇਸ ਤਰ੍ਹਾਂ ਸਾਨੂੰ ਕੀ ਹੈ ਕੱਪੜੇ ਦੀ ਦੋਨਾਂ ਸਾਈਡ ਤੇ ਸਾਨੂੰ ਕੀ ਹੈ ਰਿਵਰਸੀਬਲ ਸਟਰਕਚਰ ਫਾਰਮ ਮਿਲਦਾ। ਮੀਨਸ ਕੱਪੜੇ ਦੇ ਸਰਫੇਸ ਦੇ ਫੇਸ ਸਾਈਡ ਤੇ ਵੀ ਸਾਨੂੰ ਬ੍ਰਸ਼ ਫਾਰਮੇਸ਼ਨ ਹੁੰਦੀ ਹੈ ਤੇ ਕੱਪੜੇ ਦੀ ਬੈਕ ਸਾਈਡ ਤੇ ਵੀ ਬ੍ਰਸ਼ ਫਾਰਮੇਸ਼ਨ ਹੁੰਦੀ ਹੈ। ਮੀਨਸ ਜਦੋਂ ਉਹ ਧਾਗਾ ਅਸੀਂ ਬਾਹਰ ਖਿੱਚਦੇ ਹਾਂ ਤਾਂ ਉਸ ਦੀ ਖਿੱਚ ਦੇ ਨਾਲ ਕੀ ਹੈ ਜਿਹੜੇ ਅੱਧੇ ਜਿਹੜੇ ਸਾਡੇ ਬ੍ਰਸ਼ ਨੇ ਉਹ ਕੱਪੜੇ ਦੀ ਬੈਕ ਸਾਈਡ ਤੇ ਟ੍ਰਾਂਸਫਰ ਹੋ ਜਾਂਦੇ ਨੇ। ਸੋ ਇਸ ਤਰ੍ਹਾਂ ਸਾਨੂੰ ਕੀ ਹੈ ਕੱਪੜੇ ਦੇ ਉੱਤੇ ਸਾਨੂੰ ਰਿਵਰਸੀਬਲ ਵੈਲਵੇਟ ਫੈਬਰਿਕ ਫਾਰਮੇਸ਼ਨ ਸਾਨੂੰ ਮਿਲਦੀ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੇ ਵੱਲੋਂ ਦਿੱਤਾ ਲੈਕਚਰ ਸਮਝ ਆ ਗਿਆ ਹੋਵੇਗਾ। ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਨਫਿਊਜ਼ਨ ਹੋਏਗੀ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਥੈਂਕ ਯੂ।